ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੁ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਤਰੁ ਤਰਾ ਪਰ ਪੁੰਨ ਪੁੰਨ ਸੀਸਾ, ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਆਦਿ ਬ੍ਰਿਧ ਗੁਰਦਾਸ ਗਾਨਾ, ਚਹੁੰ ਦਿਸ ਮਹਿ ਗੁਰਦਾਸ। ਸਿਮਰਤ ਸ੍ਰੀ ਅਰਜਨ ਗੁਰੂ, ਸਭ ਉਰ ਦਰਸ਼ਨ ਪਿਆਸ। ਆਦਿ ਬ੍ਰਿਧ ਗੁਰਦਾਸ ਗਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ, ਮੀਰਾਨ ਮੀਰ, ਵਾਲੀ ਏਕੋ ਲਾਲਮ, ਸਰਵਰੇ ਕਾਇਨਾਤ। ਦਸਾਂ ਹੀ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਬਬੇਕਸਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਤੇ ਭਾਵਨਾ ਸਹਿਤ ਆਪ ਇਹਨਾਂ ਸਮਾਗਮਾਂ ਦੇ ਵਿੱਚ ਜੁੜ ਮਿਲ ਬੈਠੇ ਹੋ। ਸੰਗਤ ਜੀ, ਹਰ ਸਾਲ ਦੀ ਤਰ੍ਹਾਂ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਦਿਵਸ ਜੋ ਗੁਰਦੁਆਰਾ ਬਬੇਕਸਰ ਸਾਹਿਬ ਜੀ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ, ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਇਹ ਦਿਹਾੜਾ ਗੁਰਦੁਆਰਾ ਬਬੇਕਸਰ ਸਾਹਿਬ ਜੀ ਵਿਖੇ ਮਨਾਇਆ ਜਾਂਦਾ ਹੈ, ਜੋ 9 ਜੁਲਾਈ ਨੂੰ ਮੀਰੀ ਪੀਰੀ ਦਿਵਸ ਆ ਰਿਹਾ ਹੈ। ਉਸ ਦੇ ਸੰਬੰਧ ਦੇ ਵਿੱਚ ਅੱਜ ਪਹਿਲੇ ਦਿਨ ਦੇ ਸਮਾਗਮਾਂ ਦੀ ਆਰੰਭਤਾ ਹੋਈ ਹੈ। ਆਪ ਸੰਗਤਾਂ ਨੇ ਜੁੜ ਮਿਲ ਕੇ ਰੱਬੀ ਬਾਣੀ, ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਵਾਇਆ ਹੈ। ਆਓ ਗੁਰ ਸੰਗਤ ਜੀ, ਜੋ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਦਿਵਸ ਦੇ ਸੰਬੰਧ ਦੇ ਵਿੱਚ ਇਹ ਕਥਾ ਸ਼੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ, ਜਿਸ ਨੂੰ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਸਦਕਾ ਬੜੀ ਹੀ ਕਾਲਣਾ ਦੇ ਸਹਿਤ, ਬੜੀ ਮਸ਼ੱਕਤ ਕਰਕੇ ਇਹ ਖਜ਼ਾਨਾ ਸਾਡੇ ਤਾਈਂ ਬਖਸ਼ਿਆ ਹੈ। ਉਹਨਾਂ ਦੀ ਰਚਿਤ ਵਿੱਚੋਂ ਜੋ ਪ੍ਰਸੰਗ ਹਨ ਉਹ ਆਪਾਂ ਪ੍ਰਾਰੰਭ ਕਰਦੇ ਹਾਂ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਿਥ, ਗੁਰ ਅਰਜਨ ਪ੍ਰਤਾਖਿ ਹਰ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਿਧਾਂਤ ਨੂੰ ਇਸੇ ਤਰ੍ਹਾਂ ਕਾਇਮ ਰੱਖਦਿਆਂ ਹੋਇਆਂ ਸਤਿਗੁਰੂ ਜੀ ਨੇ
ਜੋ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬੋਲ ਏਕੋ ਹੈ ਭਾਈ ਏਕੋ ਹੈ ਸਾਹਿਬ ਮੇਰਾ ਏਕੋ ਹੈ, ਇਹ ਬਚਨ ਦ੍ਰਿੜ ਕਰਵਾਉਂਦਿਆਂ ਹੋਇਆਂ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਦੇ ਲੜ ਲਾਉਂਦਿਆਂ ਹੋਇਆਂ ਸਦੀਵ ਕਾਲ ਵਾਸਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਬਾਣੀ ਦਾ ਪ੍ਰਕਾਸ਼ ਕੀਤਾ ਅਤੇ ਸਮੁੱਚੀ ਸਿੱਖ ਜਗਤ ਨੂੰ ਇਹ ਬਚਨ ਦ੍ਰਿੜ ਕਰਵਾਏ। ਸ਼੍ਰੀ ਗੁਰ ਕੇਰ ਸਰੀਰ ਜੋ ਸਭ ਥਾਨ ਸਮੈ ਸਭ ਨਹਿ ਦਰਸੈ ਹੈ, ਗ੍ਰੰਥ ਹਿਰਦਾ ਗੁਰ ਕੋ ਇਹ ਜਾਨੋ ਉੱਤਮ ਹੈ ਸਭ ਕਾਲ ਰਹਿ ਹੈ। ਕਿ ਗੁਰੂ ਕੇ ਸਰੀਰ ਦੇ ਦਰਸ਼ਨ ਹਰ ਸਮੇਂ ਹਰ ਜਗ੍ਹਾ ਜੇ ਸਿੱਖ ਨਹੀਂ ਕਰ ਸਕਦੇ ਤੇ ਗੁਰਬਾਣੀ ਗੁਰੂ ਕਾ ਹਿਰਦਾ ਹੈ। ਸ਼ਬਦ ਰਾਹੀਂ ਬਾਣੀ ਰਾਹੀਂ ਸਮੁੱਚਾ ਸਿੱਖ ਜਗਤ ਗੁਰੂ ਦੇ ਦੀਦਾਰ ਕਰ ਸਕੇ, ਇਸ ਲਈ ਸਾਰਿਆਂ ਨੂੰ ਸ਼ਬਦ ਗੁਰੂ ਦੇ ਲੜ ਲਾਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ, ਸ੍ਰੀ ਹਰਿਮੰਦਰ ਸਾਹਿਬ ਅੰਦਰ ਪ੍ਰਕਾਸ਼ ਕੀਤਾ, 4 ਦਰਵਾਜ਼ੇ ਰੱਖੇ, ਸਮੁੱਚੀ ਮਨੁੱਖਤਾ ਨੂੰ ਸਮੁੱਚੀ ਕਾਇਨਾਤ ਨੂੰ ਸਾਂਝਾ ਉਪਦੇਸ਼ ਦਿੱਤਾ। ਪਰ ਜਿਹੜੀਆਂ ਮੌਕੇ ਦੀਆਂ ਵਕਤ ਦੀਆਂ ਹਕੂਮਤਾਂ ਸਨ ਉਹਨਾਂ ਨੂੰ ਨਹੀਂ ਸੀ ਭਾਉਂਦਾ ਇਹ ਸੱਚ ਦਾ ਹੌਕਾ, ਇਹ ਸੱਚ ਦੀ ਆਵਾਜ਼, ਗੁਰੂ ਨਾਨਕ ਸਾਹਿਬ ਜੀ ਦੇ ਘਰੋਂ ਨਿਕਲੀ ਹੋਈ ਇਹ ਸੱਚ ਦੀ ਆਵਾਜ਼, ਜਿਹਨੂੰ ਮੌਕੇ ਦੀਆਂ ਹਕੂਮਤਾਂ ਵਕਤੀ ਹਕੂਮਤਾਂ ਹਮੇਸ਼ਾ ਹੀ ਦਬਾਉਣਾ ਚਾਹੁੰਦੀਆਂ ਸਨ। ਭਾਵੇਂ ਬਾਬਰ ਚੜ੍ਹ ਕੇ ਆਇਆ ਤੇ ਭਾਵੇਂ ਹਮਾਯੂੰ ਸੀ, ਅਕਬਰ ਜੇ ਚੱਲ ਕੇ ਆਇਆ, ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਤੋਂ ਜਾਣੂ ਹੋਇਆ, ਸ਼ਰਧਾਵਾਨ ਬਣਿਆ। ਪਰ ਅਕਬਰ ਤੋਂ ਬਾਅਦ ਜਹਾਂਗੀਰ ਗੱਦੀ ਦੇ ਉੱਤੇ ਬੈਠਦਾ, ਜਿਹੜਾ ਆਪ ਤੁਝ ਕੇ ਜਹਾਂਗੀਰੀ ਵਿੱਚ ਲਿਖਦਾ ਹੈ ਕਿ ਮੈਂ ਇਹ ਦੁਕਾਨ ਨੂੰ ਜਿਹੜੀ 4-5 ਪੀੜ੍ਹੀਆਂ ਤੋਂ ਚੱਲ ਰਹੀ ਸੀ ਇਹ ਬੰਦ ਕਰਾਉਣੀ ਚਾਹੁੰਦਾ ਸੀ। ਜਿੱਥੇ ਅਗਿਆਨਤਾ ਦੀ ਗੱਲ ਚੱਲੀ, ਕਿਉਂਕਿ ਦੁਨੀਆ ਦੇ ਵਿੱਚ ਅਗਿਆਨਤਾ ਦਾ ਹਨੇਰਾ ਸੀ, ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਗੁਰੂ ਜੀ ਨੇ ਸ਼ਬਦ ਦਾ ਖੰਡਾ ਪਕੜਿਆ, ਸ਼ਬਦ ਦੀ ਖੜਗ ਲਈ। 5 ਸਰੂਪਾਂ ਦੇ ਵਿੱਚ ਸ਼ਬਦ ਦੀ ਖੜਗ ਦੇ ਨਾਲ, ਸ਼ਬਦ ਦੀ ਕਿਰਪਾਨ ਦੇ ਨਾਲ ਅਗਿਆਨਤਾ ਦੇ ਹਨੇਰੇ ਨੂੰ ਦੂਰ ਕੀਤਾ। ਪਰ ਜਦੋਂ ਹਕੂਮਤਾਂ ਨਹੀਂ ਸਮਝ ਸਕੀਆਂ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਸਤਿਗੁਰੂ ਸਮਝਾ ਰਹੇ ਸਨ ਕਿ ਸੰਸਾਰ ਦੇ ਵਿੱਚ ਮਨੁੱਖ ਆਇਆ ਕੀ ਕਰਨ ਹੈ, ਸੱਚ ਦੀ ਆਵਾਜ਼ ਨੂੰ ਦਬਾਉਣ ਵਾਸਤੇ ਗੁਰੂ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ, ਲਾਹੌਰ ਖੜਿਆ। 5 ਦਿਨ ਉੱਥੇ ਰੱਖ ਕੇ 3 ਤਰ੍ਹਾਂ ਦੇ ਤਸੀਹੇ ਸਤਿਗੁਰਾਂ ਨੂੰ ਦਿੱਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਵਿੱਚੋਂ ਫਿਰ ਇਸ ਤਲਵਾਰ ਨੇ ਜਨਮ ਲਿਆ। ਫਿਰ ਲੋਹ ਦੀ ਜਿਹੜੀ ਖੜਗ ਸੀ, ਉਸ ਲੋਹ ਦੀ ਖੜਗ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਵੈਰੀਆਂ ਨੂੰ, ਇਹਨਾਂ ਜ਼ਾਲਮਾਂ ਨੂੰ ਫਿਰ ਐਸਾ ਸਬਕ ਸਿਖਾਇਆ। 10ਮ ਸਰੂਪ ਦੇ ਵਿੱਚ ਫਿਰ ਐਸੀ ਲੋਹ ਦੀ ਖੜਗ ਧਾਰਨ ਕੀਤੀ। ਫਿਰ ਇਸੇ ਲੋਹ ਦੀ ਖੜਗ ਨੇ ਹੀ ਸਿੱਖ ਪੰਥ ਨੂੰ ਰਾਜ ਤੱਕ ਪਹੁੰਚਾਇਆ। ਫਿਰ ਗੁਰੂ ਕਲਗੀਧਰ ਸਾਹਿਬ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਕਿ ਕਿਰਪਾਨ ਪਾਣ ਧਾਰੀਆਂ ਕਰੋੜ ਪਾਪ ਟਾਰੀਆਂ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚਲੈ ਹੈ, ਧਰਮ ਬਿਨਾ ਸਭ ਦਲੈ ਮਲੈ। ਜੇ ਪਹਿਲਾਂ ਸਨਾਤਨੀਆਂ ਕੋਲ, ਹਿੰਦੂਆਂ ਕੋਲ ਸ਼ਸਤਰ ਸਨ, ਉਹਨਾਂ ਨੇ ਰਾਜ ਕੀਤਾ। ਪਰ ਜਦੋਂ ਸ਼ਸਤਰ ਹੱਥੋਂ ਛੱਡ ਦਿੱਤੇ ਤੇ ਫਿਰ ਰਾਜ ਜਿਹੜਾ ਸੀ ਉਹ ਹੋਰ ਕਿਸੇ ਕੋਲ ਚਲਾ ਗਿਆ। ਜੇ ਮੁਗਲਾਂ ਕੋਲ ਸ਼ਸਤਰ ਆਏ ਤੇ ਉਹਨਾਂ ਨੇ ਰਾਜ ਕਾਇਮ ਕੀਤਾ। ਦੋਨਾਂ ਕੋਲ ਸ਼ਸਤਰ ਸਨ, ਹਥਿਆਰ ਸਨ, ਕਿਰਪਾਨਾਂ ਸਨ, ਪਰ ਕੱਲੀ ਜਿਹੜੀ ਪੀਰੀ ਸੀ ਉਹ ਜ਼ੁਲਮ ਦਾ ਰੂਪ ਧਾਰਨ ਕਰ ਗਈ, ਅਤਿਆਚਾਰ ਦਾ ਰੂਪ ਧਾਰਨ ਕਰ ਗਈ। ਤੇ ਜਿਹੜੀ ਕੱਲੀ ਪੀਰੀ ਸੀ ਉਹ ਪੀਰੀ ਨੂੰ ਦਬਾਉਣ ਵਾਸਤੇ ਵਕਤੀ ਹਕੂਮਤਾਂ ਨੇ ਆਪਣਾ ਜ਼ੋਰ ਲਾਇਆ।
ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹੋ ਉਪਦੇਸ਼ ਪੰਜਾਂ ਸਿੱਖਾਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਸੁਣਾਉਣਾ ਹੈ। ਤੇ ਅੱਗੇ ਪ੍ਰਸੰਗ ਇਹ ਆ ਰਹੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਹੁਕਮ ਕਿ ਤੁਸੀਂ ਹੁਣ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਨੀਆਂ ਨੇ, ਤਖਤ ਰਚਣਾ ਹੈ। ਅੱਜ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੱਥੀਂ ਕੀਤੀ। ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਜੀ ਨੂੰ ਇਹ ਸੇਵਾ ਦਿੱਤੀ ਸੀ, ਕੋ ਕਿਸੀ ਰਾਜ ਨੇ ਹੱਥ ਲਗਾਇਓ, ਬੁੱਢਾ ਔ ਗੁਰਦਾਸ ਬਣਾਇਓ। ਸਾਰੀਆਂ ਸੰਗਤਾਂ ਨੂੰ ਤਖਤ ਦੀ ਰਚਨਾ ਇਸ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਵਣ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਇਹ ਲੜੀਵਾਰ ਪ੍ਰਸੰਗ ਆ ਰਹੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਜਿਸ ਤਰ੍ਹਾਂ ਫਿਰ ਅਖੀਰਲਾ ਹੁਕਮ ਸਤਿਗੁਰਾਂ ਦਾ ਸਿੱਖਾਂ ਨੇ ਸੁਣਾਇਆ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੰਨੀ ਸੁਣਨਾ, ਸਾਰੀਆਂ ਸਿੱਖ ਸੰਗਤਾਂ ਨੇ ਸੁਣਨਾ, ਵੈਰਾਗ ਕਰਨਾ, ਬਾਅਦ ਵਿੱਚ ਪ੍ਰਣ ਕਰਨਾ। ਅਕਾਲ ਬੁੰਗਾ ਰਚਨਾ ਜਿਹਨੂੰ ਅਕਾਲ ਤਖਤ ਕਹਿੰਦੇ, ਉਸ ਤੋਂ ਬਾਅਦ ਤਖਤ ਤੇ ਬੈਠ ਕੇ ਮੀਰੀ ਪੀਰੀ ਦੀਆਂ 2 ਤਲਵਾਰਾਂ ਧਾਰਨ ਕਰਨੀਆਂ। ਕੀ ਅਕਾਲ ਤਖਤ ਸਾਹਿਬ ਦੇ ਵਿੱਚੋਂ ਸਾਨੂੰ ਉਪਦੇਸ਼ ਹੈ ਕਿ ਮੀਰੀ ਪੀਰੀ ਦਾ ਸੰਦੇਸ਼ ਸਤਿਗੁਰਾਂ ਨੇ ਸਾਨੂੰ ਦਿੱਤਾ ਹੈ। ਇਹ ਵਿਚਾਰਾਂ ਆਪਾਂ ਲੜੀਵਾਰ ਪ੍ਰਸੰਗਾਂ ਦੇ ਵਿੱਚੋਂ ਸਾਰੇ ਸਿੰਘ ਸਾਹਿਬਾਨਾਂ ਪਾਸੋਂ ਸਰਵਣ ਕਰਾਂਗੇ। ਆਓ ਗੁਰ ਸੰਗਤ ਜੀ, ਜਿਸ ਤਰ੍ਹਾਂ ਇਹ ਕਥਾ ਪ੍ਰਾਰੰਭ ਹੋ ਰਹੀ ਹੈ, ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਿਸ ਤਰ੍ਹਾਂ ਲਾਹੌਰ ਸ਼ਹਾਦਤ ਪ੍ਰਾਪਤ ਕਰਦੇ ਨੇ, ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਅੰਮ੍ਰਿਤਸਰ ਪੰਜੇ ਸਿੱਖ ਪਹੁੰਚਦੇ ਹਨ। ਸਤਿਗੁਰੂ ਜੀ ਦੀ ਸ਼ਹਾਦਤ ਨੂੰ ਇੱਥੇ ਆ ਕੇ ਬਿਆਨ ਕਰਦੇ, ਕਿਸ ਤਰ੍ਹਾਂ ਦਾ ਉਸ ਵਕਤ ਮਾਹੌਲ ਬਣਦਾ ਹੈ। ਇਹ ਕੱਲਾ ਕੱਲਾ ਜੋ ਖਿਆਲ ਹੈ, ਜਦੋਂ ਆਪਾਂ ਕੰਨਾਂ ਰੂਪ ਡੂਨਿਆਂ ਨੂੰ ਗੁਰੂ ਚਰਨਾਂ ਦੇ ਵਿੱਚ ਲਾਵਾਂਗੇ ਤੇ ਅੰਮ੍ਰਿਤਮਈ ਬੋਲ ਜਿਹੜੇ ਹਨ, ਜਿਉਂ-ਜਿਉਂ ਕੰਨਾਂ ਵਿੱਚ ਇਹਨਾਂ ਨੂੰ ਪਾਵਾਂਗੇ, ਇੱਕ ਇੱਕ ਜਿਹੜਾ ਇਤਿਹਾਸ ਦਾ ਪੰਨਾ ਸਰਵਣ ਕਰਦੇ ਹਾਂ, ਉਸ ਵਕਤ ਦਾ ਜੋ ਵਾਕਿਆ ਹੈ ਸਾਡੇ ਨੇਤਰਾਂ ਦੇ ਸਾਹਮਣੇ ਆਵੇਗਾ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜੀਏ। ਸਮੁੱਚੀ ਸੰਗਤ ਦਿਓ ਅਸੀਸ, ਸਾਰੇ ਹੀ ਕਰੋ ਰਸਨਾ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਦ ਬ੍ਰਿਧ ਗੁਰਦਾਸ ਗਾਨਾ, ਚੌਂਦਿਸ ਮਹਿ ਗੁਰਦਾਸ। ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਬਿਰਾਜਮਾਨ ਨੇ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਅਤੇ ਹੋਰ ਗੁਰੂ ਕੀਆਂ ਸਿੱਖ ਸੰਗਤਾਂ ਸਾਰੀਆਂ ਹੀ ਇੱਥੇ ਹਾਜ਼ਰ ਨੇ। ਸਿਮਰਤ ਸ੍ਰੀ ਅਰਜਨ ਗੁਰੂ, ਸਭ ਉਰ ਦਰਸ਼ਨ ਪਿਆਸ। ਸਾਰੇ ਬੈਠ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕਰਦੇ ਨੇ। ਸਾਰਿਆਂ ਦੇ ਮਨ ਦੇ ਵਿੱਚ ਗੁਰੂ ਕੇ ਦਰਸ਼ਨਾਂ ਦੀ ਪਿਆਸ ਹੈ। ਸਿੱਖ ਦਾ ਤੇ ਹਿਰਦਾ ਐਸਾ ਹੈ ਕਿ ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਝਖੜ ਝਾਗੀ ਮੀਂਹੋਂ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੈ ਬੋਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਇਹ ਗੁਰਸਿੱਖ ਪਿਆਰ ਵਾਲੇ ਜਿਹੜੇ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਦੇ ਨਾਲ ਹੀ ਜਿਉਂਦੇ ਨੇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਹੋਰ ਸਾਰੇ ਸਿੱਖ ਹਾਜ਼ਰ ਨੇ। ਗੁਰੂ ਕੇ ਦਰਸ਼ਨਾਂ ਦੀ ਜਿਨ੍ਹਾਂ ਨੂੰ ਪਿਆਸ ਸੀ। ਚੌਪਈ ਲਵਪੁਰ ਤੇ ਗਮਨਿਓ ਕਿਤ ਸ਼ਾਹੂ। ਹੁਣ ਖਬਰ ਸੁਣੀ ਹੈ ਕਿ ਜਿਹੜਾ ਜਹਾਂਗੀਰ ਸੀ, ਇਹਨੇ ਐਦੀਏ ਭੇਜ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਲਾਹੌਰ ਬੁਲਾਇਆ ਹੈ। ਪਰ ਹੁਣ ਪਤਾ ਲੱਗਾ ਹੈ ਕਿ ਜਿਹੜਾ ਜਹਾਂਗੀਰ ਬਾਦਸ਼ਾਹ ਹੈ, ਉਹ ਆਪ ਲਾਹੌਰ ਤੋਂ ਜਾ ਚੁੱਕਿਆ ਹੈ। ਸੁਧ ਪਹੁੰਚੀ ਕਬਹੀ ਕੀ ਹਮ ਪਾਹੂ। ਤੇ ਇਹ ਖਬਰ ਸਿੱਖ ਕਹਿੰਦੇ ਨੇ ਕਿ ਸਾਡੇ ਕੋਲ ਬਹੁਤ ਸਮੇਂ ਪਹਿਲਾਂ ਪਹੁੰਚ ਚੁੱਕੀ, ਕਿਉਂਕਿ ਜਹਾਂਗੀਰ ਇਹ ਨੀਤੀਵਾਨ ਬਾਦਸ਼ਾਹ ਸੀ ਤੇ ਬੜਾ ਅਯਾਸ਼ੀ ਕਿਸਮ ਦਾ ਇਨਸਾਨ ਸੀ।
ਕਿਉਂਕਿ ਤਾਈਓ ਅਕਬਰ ਜਿਹੜਾ ਸੀ ਉਹ ਗੱਦੀ ਆਪਣੇ ਪੁੱਤਰ ਪੋਤੇ ਖੁਸਰੋ ਨੂੰ ਦੇਣੀ ਚਾਹੁੰਦਾ ਸੀ, ਤੇ ਜਹਾਂਗੀਰ ਤਾਂ ਇਹ ਤਾਂ ਪਹਿਲਾਂ ਹੀ ਧਾਰ ਕੇ ਬੈਠਾ ਸੀ, ਜਿਨੇ ਅਹਿਮਦ ਸ਼ਾਹ ਸਰਹੰਦੀ ਦੇ ਨਾਲ ਇਹ ਜ਼ੁਬਾਨ ਕੀਤੀ ਸੀ ਕਿ ਮੈਂ ਗੱਦੀ ਤੇ ਬੈਠਦਾ ਹੀ ਇਹਨਾਂ ਨੂੰ ਸ਼ਹੀਦ ਕਰਾਵਾਂਗਾ, ਇਹਨਾਂ ਨੂੰ ਖਤਮ ਕਰਾਂਗਾ, ਇਹ ਗੱਦੀ ਇੱਥੇ ਹੀ ਰੁਕ ਜਾਏਗੀ। ਇਸ ਕਰਕੇ ਜਹਾਂਗੀਰ ਨੇ ਐਦੀਏ ਭੇਜੇ ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਗਏ, ਤੇ ਇੱਥੇ ਸਿੱਖ ਬੈਠੇ ਹੋਏ ਵਿਚਾਰ ਕਰਦੇ ਨੇ ਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਗਏ ਨੇ, ਪਰ ਪਤਾ ਲੱਗਾ ਹੈ ਕਿ ਜਿਹਨੇ ਬੁਲਾਇਆ ਸੀ ਜਹਾਂਗੀਰ ਉਹ ਤਾਂ ਆਪ ਉੱਥੇ ਆਈ ਨਹੀਂ, ਕਿਉਂਕਿ ਕਿਸ ਤਰ੍ਹਾਂ ਸਤਿਗੁਰਾਂ ਨੂੰ ਤਸੀਹੇ ਦੇਣੇ ਨੇ, ਕਿਸ ਤਰ੍ਹਾਂ ਇਹਨਾਂ ਦੇ ਉੱਤੇ ਇਹ ਭਾਰੀ ਜ਼ੁਲਮ ਕਰਨਾ ਹੈ, ਇਹ ਸਾਰੀ ਗੱਲਬਾਤ ਜਿਹੜੀ ਸੀ ਉਹ ਚੰਦੂ ਨੂੰ ਕਹਿ ਕੇ, ਮੁਰਤਜ਼ਾ ਖਾਨ ਨੂੰ ਕਹਿ ਕੇ, ਤੇ ਆਪ ਜਿਹੜਾ ਜਹਾਂਗੀਰ ਉਹ ਕਸ਼ਮੀਰ ਨੂੰ ਚਲਾ ਗਿਆ ਸੀ, ਕਿਉਂਕਿ ਗਰਮੀ ਦੀ ਰੁੱਤ ਸੀ ਤੇ ਗਰਮੀ ਤੋਂ ਰਾਹਤ ਪਾਉਣ ਵਾਸਤੇ ਕਸ਼ਮੀਰ ਨੂੰ ਗਿਆ। ਨਾਲੇ ਇਹ ਸੋਚਦਾ ਸੀ ਕਿ ਮੈਂ ਇੱਥੋਂ ਦੂਰ ਚਲਾ ਜਾਵਾਂ, ਕਿਤੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਕੋਈ ਵੱਡੀ ਲਹਿਰ ਨਾ ਚੱਲ ਪਏ, ਇਸ ਕਰਕੇ ਮੈਂ ਦੂਰ ਹੀ ਰਹਾਂ। ਆਪ ਇਹ ਸਾਰੀ ਗੱਲਬਾਤ ਕਹਿ ਕੇ ਕਸ਼ਮੀਰ ਨੂੰ ਚਲਾ ਗਿਆ। ਇੱਧਰ ਸਿੱਖ ਸੰਗਤਾਂ ਆਪਸ 'ਚ ਵਿਚਾਰ ਕਰਦੀਆਂ ਨੇ ਅੰਮ੍ਰਿਤਸਰ ਸਾਹਿਬ ਕਿ ਬਾਦਸ਼ਾਹ ਜਿਹੜਾ ਜਹਾਂਗੀਰ ਹੈ ਉਹ ਤੇ ਆਪ ਇੱਥੇ ਹੈ ਨਹੀਂ ਹੈ, ਅਬ ਕਿਸ ਕਾਰਨ ਇਤਨਹਿ ਆਏ। ਪਰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਲਾਹੌਰ ਗਏ। ਕਿਹੜਾ ਇੰਨਾ ਵੱਡਾ ਕੰਮ ਹੈ ਕਿ ਇਹਨਾਂ ਜ਼ਰੂਰੀ ਕੰਮ ਵਿੱਚ ਰੁੱਝ ਗਏ ਕਿ ਜਿਹੜੇ ਬਾਦਸ਼ਾਹ ਨੇ ਬੁਲਾਇਆ ਉਹ ਤਾਂ ਆਪ ਚਲਾ ਗਿਆ, ਪਰ ਸਤਿਗੁਰੂ ਕਿਉਂ ਨਹੀਂ ਆਏ। ਕੋ ਕਾਰਜ ਨਹਿ ਅਪਰ ਬਤਾਏ। ਹੋਰ ਕੋਈ ਕੰਮ ਤਾਂ ਸਤਿਗੁਰਾਂ ਨੇ ਸਾਨੂੰ ਦੱਸਿਆ ਨਹੀਂ ਹੈ। ਆਜ ਕਾਲ ਆਵਹਿ ਨਹਿ ਚਿਤਵੰਤੇ। ਇਹ ਸੋਚਦੇ ਹਨ ਕਿ ਸਤਿਗੁਰੂ ਅੱਜ ਜਾਂ ਕੱਲ ਪਹੁੰਚ ਜਾਣਗੇ। ਬੈਠੇ ਹਰ ਗੋਬਿੰਦ ਦੁਤਵੰਤੇ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੇ ਬਿਰਾਜਮਾਨ ਹਨ। ਇਤਨੇ ਮਹਿ ਪੰਚੋ ਚਾਲੇ ਆਏ। ਇੰਨੇ ਚਿਰ ਦੇ ਵਿੱਚ ਜਿਹੜੇ ਪੰਜੇ ਸਿੱਖ ਨੇ, ਭਾਈ ਬਿਧੀ ਚੰਦ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪੈੜਾ ਜੀ, ਭਾਈ ਪਿਰਾਣਾ ਜੀ, ਇਹ ਪੰਜੇ ਸਿੱਖ ਅੰਮ੍ਰਿਤਸਰ ਤੋਂ ਸਤਿਗੁਰਾਂ ਨਾਲ ਲਾਹੌਰ ਗਏ। ਸਿੱਖ ਇੱਥੇ ਬੈਠੇ ਗੁਰੂ ਕੇ ਦਰਸ਼ਨਾਂ ਦੀ ਪਿਆਸ ਦੇ ਵਿੱਚ ਵਿਚਾਰਦੇ ਕਿ ਮਹਾਰਾਜ ਕਿਸ ਕਾਰਜ ਵਾਸਤੇ ਉੱਥੇ ਰੁਕੇ ਨੇ, ਵਾਪਸ ਕਿਉਂ ਨਹੀਂ ਆਏ। ਇਹ ਵਿਚਾਰਦੇ ਨੇ, ਸੋਚਦੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਇੱਥੇ ਹਨ। ਇੰਨੇ ਚਿਰ ਵਿੱਚ ਪੰਜੇ ਸਿੱਖ ਜਿਹੜੇ ਸਤਿਗੁਰਾਂ ਨਾਲ ਲਾਹੌਰ ਗਏ ਸੀ ਵਾਪਸ ਆ ਗਏ। ਬਦਨ ਬਿਵਰਨ ਦੁਖਤ ਜਰਦਾਏ। ਇਹਨਾਂ ਸਿੱਖਾਂ ਦੇ ਜਿਹੜੇ ਮੁਖ ਸੀ ਨਾ ਉਹ ਬੇਰੰਗੇ ਹੋਏ ਤੇ ਜਿਹੜੇ ਚਿਹਰੇ ਸੀ ਉਹ ਪੀਲੇ ਪਏ ਹੋਏ ਹਨ। ਦੀਨ ਮਨੈ ਹੋਏ ਬੰਧਨ ਕਰੀ। ਮਨ ਵਿੱਚ ਬੜੇ ਦੀਨ ਹਨ, ਬੜਾ ਦੁੱਖ ਸੀ ਮਨ ਵਿੱਚ, ਦੁੱਖ ਦੇ ਨਾਲ ਹਿਰਦਾ ਭਰਿਆ ਸੀ। ਅੱਖਾਂ ਦੇ ਸਾਹਮਣੇ ਸਤਿਗੁਰਾਂ ਨੇ ਤਸੀਹੇ ਆਪਣੇ ਤਨ ਦੇ ਉੱਤੇ ਝੱਲੇ, ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਗਿਆ ਨਹੀਂ ਸੀ ਦਿੱਤੀ ਇਹਨਾਂ ਸਿੱਖਾਂ ਨੂੰ। ਮਹਾਰਾਜ ਜੀ ਨੇ ਜਿਹੜੇ ਬਚਨ ਬਾਣੀ ਅੰਦਰ ਕੀਤੇ ਨੇ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹ ਨਹੀਂ ਵਿਯੋਗ। ਇਹਨਾਂ ਬਚਨਾਂ ਨੂੰ ਅਮਲੀ ਰੂਪ ਦੇਣ ਵਾਸਤੇ ਸਤਿਗੁਰਾਂ ਨੇ ਸਾਰੇ ਤਸੀਹੇ ਤਨ ਤੇ ਝੱਲੇ। ਭਾਈ ਗੁਰਦਾਸ ਜੀ ਦੇ ਬਚਨ ਆਪਾਂ ਪੜ੍ਹਦੇ ਹਾਂ ਨਾ, ਭਾਈ ਸਾਹਿਬ ਜੀ ਲਿਖਦੇ ਨੇ 5 ਤਰ੍ਹਾਂ ਦਾ ਜ਼ਿਕਰ 5 ਦਿਨਾਂ ਦਾ ਭਾਈ ਗੁਰਦਾਸ ਜੀ ਨੇ ਆਪਣੀ ਵਾਰ ਦੇ ਵਿੱਚ ਕੀਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਪਹਿਲੇ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਤਸੀਹੇ ਦਿੱਤੇ ਗਏ, ਪਰ ਚਿੱਤ ਇਸ ਤਰ੍ਹਾਂ ਪ੍ਰਸੰਨ ਸੀ ਸਤਿਗੁਰਾਂ ਦਾ, ਜਿਸ ਤਰ੍ਹਾਂ ਮੱਛੀ ਪਾਣੀ ਦੇ ਵਿੱਚ ਆਨੰਦ ਮਾਣਦੀ ਹੈ ਨਾ, ਜਿਉਂ ਅਦ ਕੋ ਤਿਉਂ ਸੁਖ ਘਾਣੋ ਮਨ ਤਨ ਸ਼ਾਂਤ ਸਰੀਰ, ਰੇ ਮਨ ਐਸੀ ਹਰ ਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ। ਜਿਸ ਤਰ੍ਹਾਂ ਮੱਛੀ ਦਾ ਪਾਣੀ ਨਾਲ ਪਿਆਰ ਹੈ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬੜੇ ਆਨੰਦ ਦੇ ਵਿੱਚ ਮਗਨ ਬੈਠੇ ਰਹੇ। ਜਿਸ ਤਰ੍ਹਾਂ ਪਤੰਗਾ ਲਾਈਟ ਨੂੰ ਦੇਖ ਕੇ, ਦੀਵੇ ਦੀ ਲਾਟ ਨੂੰ ਦੇਖ ਕੇ ਇੱਕ ਟਕ ਉਧਰ ਧਿਆਨ ਰੱਖਦਾ ਹੈ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਪਰਮੇਸ਼ਰ ਦੀ ਯਾਦ ਦੇ ਵਿੱਚ ਬੈਠੇ ਰਹੇ। ਜਿਸ ਤਰ੍ਹਾਂ ਬਬੀਹਾ ਪ੍ਰਯੋ ਕਰਦਾ ਹੈ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਾਲਕ ਦੀ ਯਾਦ ਦੇ ਵਿੱਚ ਉਹਦਾ ਸਿਮਰਨ ਕਰਦੇ ਰਹੇ। ਜਿਸ ਤਰ੍ਹਾਂ ਭੌਰਾ ਕਮਲ ਦੇ ਫੁੱਲ ਦੇ ਵਿੱਚ ਬੈਠ ਕੇ ਰਸ ਲੈਂਦਾ ਹੈ, ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇਤਰ ਬੰਦ ਕਰਕੇ
ਸ਼ਬਦ ਦੇ ਵਿੱਚੋਂ ਰਸ ਲੈਂਦੇ ਰਹੇ। ਇਹ ਚਾਹੁੰਦੇ ਸਨ ਕਿ ਇਹਨਾਂ ਨੂੰ ਆਪਾਂ ਤਸੀਹੇ ਦੇ ਕੇ ਦੁਖੀ ਕਰੀਏ, ਦੁੱਖ ਦਈਏ ਤੇ ਸਾਡੀ ਸ਼ਰਤ ਨੂੰ ਇਹ ਕਬੂਲ ਕਰ ਲੈਣ, ਪਰ ਨਹੀਂ ਸੀ ਜਾਣਦੇ। ਇੱਕ ਅਦੀਬ ਨੇ ਬੜਾ ਸੁੰਦਰ ਲਿਖਿਆ ਹੈ। ਉਹ ਲਿਖਦਾ ਹੈ, ਜਿਹਦੇ ਸੀਸ ਤੇ ਕਦੇ ਸੀ ਕਲਸ ਝੁੱਲਦੇ, ਗਰਮ ਬਾਲੂ ਦੇ ਕੜਛੇ ਉਪਵਾਰਿਆ ਸੀ। ਕਈ ਪਹਿਰ ਅੰਗਿਆਰਾਂ ਦੀ ਸੇਜ ਬਹਿ ਕੇ ਸ਼ਾਂਤਮਈ ਦੇ ਪੂਰਨੇ ਪਾਰਿਆ ਸੀ। ਸੀਨਾ ਜੱਗ ਦਾ ਤਪਦਾ ਠਾਰਨੇ ਨੂੰ, ਤਨ ਆਪਣਾ ਸਾੜ ਵਖਾਰਿਆ ਸੀ। ਖਾ ਕੇ ਵਿੱਚ ਦੇਗ ਦੇ ਉਬਾਲਿਆਂ ਨੂੰ, ਫਿਰ ਵੀ ਸਤਨਾਮ ਵਾਹਿਗੁਰੂ ਗਾਰਿਆ ਸੀ। ਕਹਿਣਾ ਸੌਖਾ ਤੇ ਸੁਣਨਾ ਵੀ ਬਹੁਤ ਸੌਖਾ, ਗੱਲ ਔਖੀ ਹੈ ਅਮਲ ਕਮਾਉਣ ਵਾਲੀ। ਉਹ ਤਾਂ ਆਤਮਾ ਹੀ ਕੇਵਲ ਰੱਬ ਦੀ ਸੀ, ਤਤੀ ਤਵੀ ਤੇ ਵੀ ਸੁਖਮਨੀ ਗਾਉਣ ਵਾਲੀ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਸ਼ਹੀਦ ਕਰਕੇ ਸੋਚਿਆ ਸੀ ਬਾਦਸ਼ਾਹ ਜਹਾਂਗੀਰ ਨੇ, ਮੁਰਤਜ਼ਾ ਖਾਂ ਨੇ, ਚੰਦੂ ਨੇ, ਕਿ ਇਹਨਾਂ ਦੀ ਆਵਾਜ਼ ਸਦਾ ਲਈ ਇੱਥੇ ਬੰਦ ਹੋ ਜਾਵੇਗੀ। ਪਰ ਨਹੀਂ ਸੀ ਜਾਣਦੇ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਵਾਜ਼ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸਦਾ ਹੀ ਸਿੱਖਾਂ ਦੇ ਕੰਨਾਂ ਦੇ ਵਿੱਚ ਪੈਣੀ। ਪੌਣੇ 700 ਦੇ ਕਰੀਬ ਅੰਗ ਬਣਦੇ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸਮੁੱਚੀ ਬਾਣੀ, ਜਿਹੜੀ ਸਿੱਖ ਜਗਤ ਦੀ ਅਗਵਾਈ ਕਰ ਰਹੀ ਹੈ। ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਆਪਣਾ ਹਿਰਦਾ ਹੈ। ਅੱਜ ਹਰੇਕ ਸਿੱਖਾਂ ਦੇ ਕੰਨਾਂ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਦੇ ਬੋਲ ਹਨ। ਇੱਕ ਉਰਦੂ ਦੇ ਵਿਦਵਾਨ ਨੇ ਬੜਾ ਸੁੰਦਰ ਲਿਖਿਆ ਹੈ। ਉਹ ਲਿਖਦਾ, ਵੱਲੋਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬੋਲ ਜੋ ਸਨ ਕਿ ਗੁਰੂ ਅਰਜਨ ਦੇਵ ਸਾਹਿਬ ਨੂੰ ਜੇ ਚੰਦੂ ਨੇ ਕਿਹਾ ਕਿ ਹਲੇ ਵੀ ਸਮਾਂ ਹੈ, ਸਾਡੀਆਂ ਸ਼ਰਤਾਂ ਕਬੂਲ ਕਰੋ, ਇਸਲਾਮ ਕਬੂਲ ਲਓ, ਨਹੀਂ ਤਾਂ ਤੁਹਾਡੀ ਮੌਤ ਤੋਂ ਬਾਅਦ ਤੁਹਾਡੀ ਆਵਾਜ਼ ਵੀ ਜਿਹੜੀ ਇਹਨਾਂ ਹਵੇਲੀ ਦੀਆਂ ਕੰਧਾਂ ਤੋਂ ਬਾਹਰ ਨਹੀਂ ਜਾਵੇਗੀ। ਤੇ ਫਿਰ ਕੀ ਹੋਵੇਗਾ? ਗੁਰੂ ਅਰਜਨ ਦੇਵ ਸਾਹਿਬ ਜੀ ਵੱਲੋਂ ਉਹ ਬੋਲ ਕਵੀ ਨੇ ਲਿਖੇ ਨੇ, ਇੱਕ ਉਰਦੂ ਦੇ ਵਿਦਵਾਨ ਨੇ, ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ। ਸਦਾ ਦਾ ਅਰਥ ਹੈ ਮੇਰੇ ਲਫ਼ਜ਼ਾਂ ਨੂੰ, ਮੇਰੇ ਬੋਲਾਂ ਨੂੰ। ਚੰਦੂ, ਤੁਸੀਂ ਸੋਚਦੇ ਹੋ ਕਿ ਸਾਡੀ ਆਵਾਜ਼ ਇੱਥੇ ਦਬਾ ਲਓਗੇ। ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਕਿਉਂਕਿ ਅੱਜ ਵੀ ਬੋਲ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸਾਡੇ ਕੰਨਾਂ ਵਿੱਚ ਨੇ ਨਾ। ਗੁਰੂ ਅਰਜਨ ਦੇਵ ਸਾਹਿਬ ਪ੍ਰਤੱਖ ਹਰ ਜੋ ਪ੍ਰਭ ਕੋ ਮਿਲ ਬੋ ਚਾਹੈ ਖੋਜ ਸ਼ਬਦ ਮੈਂ ਲੇ, ਸ਼ਬਦ ਰੂਪ ਹੋ ਕੇ ਸਾਡੀ ਅਗਵਾਈ ਕਰ ਰਹੇ ਹਨ। ਮੇਰੀ ਸਦਾ ਕੋ ਦਬਾਨਾ ਤੋਂ ਮੁਮਕਿਨ ਹੈ, ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ। फसीलो आतशो आन बहुत बुलंद सही, हयात की ललकार कौन रोकेगा। मेरे ख्यालों की परवाज को रोकने वालों, मेरे हर गोबिंद की तलवार कौन रोकेगा। पंजे सिख वापस आए हैं, इन्हां दे चेहरे जेड़े सन वो बेरंग पीले पए हुए हैं। ਇੱਥੇ ਪਹੁੰਚੇ ਹਨ ਇਹ ਪੰਜੇ ਸਿੱਖ ਤੇ ਬੜੇ ਦੁਖੀ ਹਨ। ਦੀਨ ਮਨੈ ਹੋਏ ਬੰਧਨ ਕਰੀ, ਬੜੇ ਦੁਖੀ ਮਨ ਇਹਨਾਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆ ਕੇ ਨਮਸਕਾਰ ਕੀਤੀ ਹੈ। ਗਿਰਾ ਨ ਮੁਕਤੀ ਜਾਤ ਉਚਰੀ, ਦੁਖੀ ਇਹਨਾਂ ਸੀ ਅੰਦਰ ਕਿ ਕੋਈ ਵੀ ਬੋਲ ਜਿਹੜਾ ਸੀ ਉਹ ਮੁਖੋਂ ਨਹੀਂ ਸੀ ਕਿਹਾ ਜਾ ਰਿਹਾ। ਕਰ ਤੂਰਨਤਾ ਹਰ ਗੋਬਿੰਦ, ਧੰਨ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਛੇਤੀ ਬੂਝਤ ਕਿਸ ਥਲ ਗੁਰੂ ਬਿਲੰਦ। ਸਤਿਗੁਰੂ ਪੁੱਛਦੇ ਹਨ ਪੰਜਾਂ ਨੂੰ, ਦੱਸੋ ਕਿ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਕਿੱਥੇ ਹਨ। ਕਿਮ ਪੰਚੋ ਤੁਮ ਤਜ ਕਰ ਆਏ, ਦੱਸੋ ਪੰਜੇ ਤੁਸੀਂ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਛੱਡ ਕੇ ਇੱਧਰ ਆਏ ਹੋ। ਵਰਨ ਜਰਦ ਮੁਖ ਕੋ ਦਰਸਾਏ, ਤੁਹਾਡੇ ਜਿਹੜੇ ਚਿਹਰੇ ਹਨ ਉਹ ਬੇਰੰਗ ਹੋਏ ਪਏ ਨੇ, ਚਿਹਰੇ ਜਿਹੜੇ ਹਨ ਤੁਹਾਡੇ ਪੀਲੇ ਹੋਏ ਨੇ। ਕਿਆ ਆਵਤ ਗੁਰ ਵਹਿਰ ਸਥਾਨਾ, ਇਹ ਦੱਸੋ ਕਿ ਸਤਿਗੁਰੂ ਕਿਤੇ ਬਾਹਰ ਰੁਕੇ ਨੇ, ਬਾਹਰ ਖੜ ਗਏ ਹਨ। ਤੇਰੇ ਪਖਾਰਨ ਪਦ ਅਰਪਾਨਾ, ਆਪਣੇ ਹੱਥ ਪੈਰ ਧੋਣ ਵਾਸਤੇ ਕਿਤੇ ਬਾਹਰ ਰੁਕ ਗਏ ਨੇ। ਤਉ ਏਕ ਦੋਇ ਆਵਤ ਆਗੀ, ਫਿਰ ਵੀ ਤੁਸੀਂ ਇੱਕ ਦੋ ਅੱਗੇ ਆਉਂਦੇ। ਕਿਮ ਪੰਚੋ ਗਮਨੇ ਗੁਰ ਤਿਆਗੀ, ਪਰ ਤੁਸੀਂ ਗੁਰੂ ਸਾਹਿਬ ਜੀ ਨੂੰ ਬਾਹਰ ਰੋਕ ਕੇ ਪੰਜੇ ਹੀ ਕਿੱਧਰ ਆ ਗਏ ਹੋ। ਬਦਨ ਪ੍ਰਫੁੱਲਿਤ ਨਹਿਨ ਤੁਮਾਰਾ, ਪਰ ਤੁਹਾਡੇ ਚਿਹਰੇ ਵੀ ਜਿਹੜੇ ਹਨ ਉਹ ਪ੍ਰਫੁੱਲਤ ਖਿੜੇ ਹੋਏ ਨਹੀਂ ਲੱਗਦੇ। ਕਿਉ ਕਾਰਨ ਨਹਿ ਕਰਤੇ ਉਚਾਰਾ, ਕਾਰਨ ਕੀ ਹੈ ਕਿ ਤੁਸੀਂ ਸਾਨੂੰ ਦੱਸਦੇ ਕਿਉਂ ਨਹੀਂ ਹੋ। ਕਹਿਤ ਸਕਲ ਪੰਚੋ ਮੁਖ ਦੇਖਾ, ਇਹ ਪੰਜੇ ਸਤਿਗੁਰਾਂ ਦੇ ਮੁਖਾਂ ਨੂੰ ਦੇਖ ਕੇ, ਇਹਨਾਂ ਪੰਜਾਂ ਦੇ ਮੁਖ ਵੱਲ ਦੇਖ ਕੇ ਸਤਿਗੁਰਾਂ ਨੇ ਇਸ ਤਰ੍ਹਾਂ ਕਿਹਾ ਹੈ। ਆਹਿਨ ਕੁਸ਼ਲੀ ਕਰਤ ਪਰੇਖਾ, ਤੇ ਸਾਰੇ ਸਿੱਖ ਵੀ ਪਰਖ ਕੇ ਇਹ ਕਹਿੰਦੇ ਹਨ ਕਿ ਕੋਈ ਸੁੱਖ ਨਹੀਂ ਲੱਗਦੀ।
ਕਿਉਂਕਿ ਚਿਹਰੇ ਇਹਨਾਂ ਦੇ ਬਹੁਤ ਮੁਰਝਾਏ ਨੇ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਅੱਖੀਂ ਤੱਕ ਕੇ ਵਾਪਸ ਮੁੜੇ। ਸੰਗਤ ਜੀ, ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਗੁਰ ਕੀ ਨਿੰਦਾ ਸੁਣੈ ਨਾ ਕਾਨ। ਜਿਹੜਾ ਪਿਆਰ ਵਾਲਾ ਸਿੱਖ ਹਿਰਦਾ ਹੈ ਉਹ ਤਾਂ ਕਦੇ ਗੁਰੂ ਦੀ ਨਿੰਦਿਆ ਨਹੀਂ ਸੁਣਦਾ। ਉਹਦੇ ਕੋਲ ਤਾਂ ਬੇਅਦਬੀ ਵਾਲੇ ਬੋਲ ਕੰਨਾਂ 'ਚ ਨਹੀਂ ਬਰਦਾਸ਼ਤ ਹੁੰਦੇ। ਤੇ ਜਿਹੜੇ ਇੰਨੇ ਪਿਆਰ ਵਾਲੇ ਗੁਰਸਿੱਖ ਭਾਈ ਬਿਧੀ ਚੰਦ, ਭਾਈ ਪੈੜਾ ਜੀ, ਭਾਈ ਜੇਠਾ ਜੀ, ਭਾਈ ਲੰਗਾ ਜੀ, ਭਾਈ ਪਿਰਾਣਾ, ਜਿਹੜੇ ਗੁਰੂ ਕੇ ਦਰਸ਼ਨਾਂ ਦੇ ਆਸਰੇ ਰਹਿੰਦੇ, ਹਰ ਸਮੇਂ ਗੁਰੂ ਸਾਹਿਬ ਦੇ ਕੋਲ ਰਹਿਣਾ, ਨਿਕਟਵਰਤੀ ਸਿੱਖ, ਨੇਤਰਾਂ ਦੇ ਸਾਹਮਣੇ ਗੁਰੂ ਸਾਹਿਬ ਨੇ ਇਹਨੇ ਤਸੀਹੇ ਝੱਲੇ, ਕਿਸ ਤਰ੍ਹਾਂ ਬਰਦਾਸ਼ਤ ਕੀਤੇ। ਕਿੰਨਾ ਵਿਸ਼ਾਲ ਹਿਰਦਾ ਗੁਰੂ ਸਾਹਿਬ ਨੇ ਆਪਣੀ ਕਿਰਪਾ ਨਾਲ ਇਹਨਾਂ ਦਾ ਕਰ ਦਿੱਤਾ। ਪਰ ਚਿਹਰੇ ਜਿਹੜੇ ਸਨ ਉਹ ਪੀਲੇ ਪਏ ਸਨ। ਤੇ ਸਾਰੇ ਸਿੱਖ ਦੇਖ ਕੇ ਇਹ ਵਿਚਾਰ ਕਰਦੇ ਨੇ ਕਿ ਇੱਥੇ ਸੁੱਖ ਨਹੀਂ ਲੱਗਦੀ। ਹੁਣ ਸ੍ਰੀ ਹਰਗੋਬਿੰਦ ਬਖਾਨੀ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਮੋਣ ਨੰਬਰ ਸਿਰ ਕਰ ਕਿਉਂ ਠਾਨੀ। ਕਹਿਣ ਲੱਗੇ, ਸਤਿਗੁਰੂ ਚੁੱਪ ਕਿਉਂ ਹੋ, ਕਿਉਂ ਤੁਸੀਂ ਨੀਵੀਂ ਪਾਈ ਹੈ। ਦਲ ਕਤਰ ਦਾ ਦੇਖ ਤੁਮ ਹਾਲ। ਆ ਸਾਰੇ ਸਿੱਖ ਤੁਹਾਡਾ ਹਾਲ ਦੇਖ ਕਰਕੇ ਤੇ ਤੁਹਾਡੇ ਵੱਲ ਦੇਖ ਕਰਕੇ ਉਹਨਾਂ ਦਾ ਹਿਰਦਾ ਧੜਕਦਾ ਹੈ। ਕਿਉਂ ਨਹਿ ਬੋਲਤ ਬਾ ਕੇ ਉਤਾਲ। ਤੁਸੀਂ ਛੇਤੀ ਕਿਉਂ ਨਹੀਂ ਕੋਈ ਜਵਾਬ ਦਿੰਦੇ ਆਪਣੇ ਮੁਖ ਤੋਂ। ਗੁਰਬਾਣੀ ਕੋ ਸੁਣਤ ਪਿਰਾਣਾ। ਗੁਰੂ ਸਾਹਿਬ ਜੀ ਦੇ ਬਚਨ ਭਾਈ ਪਿਰਾਣੇ ਨੇ ਸੁਣੇ ਹਨ। ਚਾਹਸ ਚਿਤ ਮੈਂ ਕਰਬ ਬਖਾਣਾ। ਚਾਹੁੰਦੇ ਨੇ ਭਾਈ ਪਿਰਾਣਾ ਜੀ ਚਿੱਤ ਦੇ ਵਿੱਚ ਕਿ ਮੈਂ ਸਾਰੀ ਗੱਲ ਖੋਲ ਕੇ ਬਿਆਨ ਕਰਾਂ। ਸ਼ੁਸ਼ਕ ਕਾਂਟੇ ਯਾਰ ਅਦਰ ਕਪੋਲਾ। ਭਾਈ ਪਿਰਾਣਾ ਜੀ ਦਾ ਗਲ ਜਿਹੜਾ ਸੀ ਉਹ ਸੁੱਕਿਆ ਪਿਆ ਹੈ। ਬੁੱਲ ਜਿਹੜੇ ਸਨ ਗਲ ਖੁਸ਼ਕ ਹੈ ਤੇ ਬੁੱਲ ਸੁੱਕੇ ਹੋਏ ਹਨ। ਕਹੈ ਕਿ ਮੋਹ ਨੈ ਨਿਕਸਤ ਬੋਲਾ। ਚਾਹੁੰਦਿਆਂ ਹੋਇਆਂ ਵੀ ਮੁਖ ਚੋਂ ਕੋਈ ਬੋਲ ਨਹੀਂ ਨਿਕਲ ਰਿਹਾ। ਰੁਦਤ ਬਾਰ ਇੱਕ ਨਿਕਸ ਪੁਕਾਰੀ। ਬਸ ਜਦ ਚਾਹੁੰਦੇ ਨੇ ਕੁਝ ਕਹਿਣਾ ਨਾ ਗਲਿਓਂ ਆਵਾਜ਼ ਬਾਹਰ ਆਉਂਦੀ ਹੈ। ਬੁੱਲ ਵੀ ਸੁੱਕੇ ਹੋਏ ਹਨ ਤੇ ਇੱਕੋ ਵਾਰ ਦੇ ਵਿੱਚ ਉੱਚੀ ਪੁਕਾਰ ਕੀਤੀ। ਨੇਤਰਾਂ ਦੇ ਵਿੱਚੋਂ ਹੰਝੂ ਆਉਣ ਲੱਗੇ। ਨਿਖੁੱਟੇ ਅਸਰੂ ਨਹਿ ਬਹਿ ਦ੍ਰਿਗਬਾਰੀ। ਰੋਂਦੇ ਹਨ, ਵਿਰਾਗ ਕਰਦੇ ਹਨ, ਪਰ ਨੇਤਰਾਂ ਵਿੱਚੋਂ ਨਿਕਲ ਹੰਝੂ ਕਹਿੰਦੇ ਨੇ ਮੁੱਕ ਚੁੱਕੇ ਸਨ। ਕਿੰਨੀ ਵਾਰ ਨੇਤਰ ਸੇਜਲ ਹੋਏ ਹੋਣੇ, ਕਿੰਨੀ ਵਾਰ ਅੱਖਾਂ ਭਰੀਆਂ ਹੋਣੀਆਂ ਜਦੋਂ ਅੱਖਾਂ ਦੇ ਸਾਹਮਣੇ ਸਾਰਾ ਕੁਝ ਤੱਕਦੇ ਰਹੇ। ਤੇ ਉਸ ਦਿਨ ਤੋਂ ਲੈ ਕੇ ਜਿੰਨਾ ਚਿਰ ਅੰਮ੍ਰਿਤਸਰ ਪਹੁੰਚੇ ਨੇ, ਕੀ ਜਾ ਕੇ ਸਿੱਖਾਂ ਨੂੰ ਸੁਣਾਵਾਂਗੇ, ਕਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਖਲੋਵਾਂਗੇ। ਅਸੀਂ ਵੀ ਤਾਂ ਸਿੱਖ ਹਾਂ, ਕਿਸ ਤਰ੍ਹਾਂ ਸਾਰੀ ਗੱਲ ਬਿਆਨ ਕਰਾਂਗੇ। ਕਹਿੰਦੇ ਹਨ ਇੱਕੋ ਵਾਰ ਦੇ ਵਿੱਚ ਭਾਈ ਪਿਰਾਣੇ ਦੀ ਉੱਚੀ ਪੁਕਾਰ ਨਿਕਲੀ, ਪਰ ਨੇਤਰਾਂ ਚੋਂ ਹੰਝੂ ਮੁੱਕ ਚੁੱਕੇ ਸਨ, ਖਤਮ ਹੋ ਚੁੱਕੇ ਸਨ। ਦਾਸਤ ਜੁਦ ਸ੍ਰੀ ਹਰਗੋਬਿੰਦ। ਦਾਸਨ ਜੁਤ ਸਿੱਖਾਂ ਦੇ ਸਮੇਤ ਗੁਰੂ ਹਰਗੋਬਿੰਦ ਸਾਹਿਬ ਜੀ। ਬਦਨ ਬਣ ਜਬਨ ਮਿਕਸ ਬਲੰਦ। ਜਿਨ੍ਹਾਂ ਸਤਿਗੁਰਾਂ ਦਾ ਮੁਖ ਕਮਲ ਦੀ ਬਗੀਚੀ ਦੇ ਨਿਆਈ ਖਿੜਿਆ ਹੈ। ਹਿਮਸੀ ਗਿਰਾ ਲਗੀ ਮੁਰਝਾਹੀ। ਬਰਫ਼ ਵਰਗੀ ਠੰਡੀ ਬਾਣੀ ਸੀ ਸਤਿਗੁਰਾਂ ਦੀ। ਹੁਣ ਪੁੱਛਤ ਦੇਹ ਸਕਲ ਸੁਨਾਏ। ਫਿਰ ਸਤਿਗੁਰੂ ਪੁੱਛਦੇ ਨੇ ਸਿੱਖਾਂ ਨੂੰ ਕਿ ਸਾਰੀ ਗੱਲ ਤੁਸੀਂ ਖੋਲ ਕੇ ਦੱਸੋ। ਕਿਸਨੇ ਗੁਰ ਰਾਖੇ ਅਟਕਾਏ। ਕਿੰਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਪਿੱਛੇ ਰੋਕ ਰੱਖਿਆ ਹੈ। ਕਹਾਂ ਬਿਗਨ ਪਾ ਕਹੋ ਸਮਝਾਏ। ਸਾਨੂੰ ਸਾਰਿਆਂ ਨੂੰ ਸਮਝਾਓ ਆਪਣੇ ਮੂੰਹੋਂ ਬੋਲ ਕੇ। ਸ਼ਾਹ ਚੜਿਓ ਅਬ ਕੋ ਥਿਰ ਥਿਓ। ਬਾਦਸ਼ਾਹ ਤਾਂ ਉੱਥੋਂ ਚਲਾ ਗਿਆ, ਪਰ ਗੁਰੂ ਸਾਹਿਬ ਕਿਉਂ ਰੁਕੇ ਹਨ। ਜਿਨਹੁ ਗੁਰੂ ਨਹਿ ਆਵਣ ਦਿਓ। ਕਿੰਨੇ ਗੁਰੂ ਸਾਹਿਬ ਜੀ ਨੂੰ ਵਾਪਸ ਨਹੀਂ ਆਉਣ ਦਿੱਤਾ। ਜਿਮ ਛੂਟਾ ਸਭ ਕਰਹਿ ਉਪਾਏ। ਕੋਈ ਉਪਾਅ ਕਰੋ ਜਿਹਦੇ ਨਾਲ ਸਾਰਿਆਂ ਦਾ ਦੁੱਖ ਦੂਰ ਹੋਵੇ। ਕਹੋ ਸਾਚ ਤੁਮ ਕਿਉਂ ਬਿਲ ਲਾਏ। ਕਿਉਂ ਤੁਸੀਂ ਵਿਰਲਾਪ ਕਰ ਰਹੇ ਹੋ, ਉੱਚੀ ਉੱਚੀ ਪੁਕਾਰ ਰਹੇ ਹੋ, ਸਾਰੀ ਗੱਲ ਦੱਸੋ। ਅਹਦੀ ਆਏ ਹੋ ਤਬ ਕੇ ਜਾਣੈ। ਜਦ ਦੇ ਅਈਦੀਏ ਚੱਲ ਕੇ ਆਏ ਹਨ, ਉਦੋਂ ਤੋਂ ਅਸੀਂ ਜਾਣਦੇ ਹਾਂ। ਤੁਰਕ ਮੰਦ ਮਤ ਬਿਗਰਨ ਠਾਨੈ। ਇਹ ਮੰਦੀ ਮਤ ਵਾਲੇ ਜਿਹੜੇ ਤੁਰਕ ਹਨ ਇਹ ਵਿਗੜੇ ਹੋਏ ਨੇ। ਜੁਗਲੀ ਉਗਲਤ ਮੁਗਲ ਬੇਕਾਰਾ। ਜਿਹੜੇ ਮੁਗਲ ਹਨ ਇਹ ਚੁਗਲੀਆਂ ਉਗਲਦੇ ਹਨ। ਕਿਮ ਹੋਈ ਗਤ ਕਰੋ ਉਚਾਰਾ। ਕਿਸ ਤਰ੍ਹਾਂ ਗੱਲਬਾਤ ਹੋਈ ਹੈ ਸਾਰੀ ਬੋਲ ਕੇ ਦੱਸੋ। ਵਿਦਿਆ ਧਰ ਧੀਰਜ ਦ੍ਰਿੜਹੀਓ। ਭਾਈ ਪਿਰਾਣੇ ਤੋਂ ਤਾਂ ਬੋਲਿਆ ਨਾ ਗਿਆ। ਬਾਬਾ ਬਿਧੀ ਚੰਦ ਸਾਹਿਬ ਆਪਣੇ ਹਿਰਦੇ ਵਿੱਚ ਕੁਝ ਧੀਰਜ ਰੱਖ ਕੇ ਸਭ ਪ੍ਰਸੰਗ ਤਬ ਵਰਣਨ ਕੀਓ। ਸਾਰਾ ਪ੍ਰਸੰਗ ਜਿਹੜਾ ਲਾਹੌਰ ਦਾ ਸੀ ਫਿਰ ਭਾਈ ਬਿਧੀ ਚੰਦ ਜੀ ਨੇ ਬਿਆਨ ਕੀਤਾ। ਮਿਲੇ ਸ਼ਾਹ ਸੋ ਪੂਰਬ ਜਾਏ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਇੱਥੋਂ ਚੱਲ ਕੇ ਗਏ, ਲਾਹੌਰ ਪਹੁੰਚੇ, ਪਹਿਲਾਂ ਜਹਾਂਗੀਰ ਨੂੰ ਮਿਲੇ ਹਨ। ਥਿਰ ਹੋਏ ਘਰੀ ਚਾਰ
4 ਘੜੀਆਂ ਸਤਿਗੁਰੂ ਅੰਦਰ ਰੁਕੇ ਹਨ ਨਿਕਸਤ ਵਹਿਰ ਸਿਪਾਹੀ ਬ੍ਰਿੰਦ। ਤੇ ਬਹੁਤੇ ਸਿਪਾਹੀਆਂ ਦੇ ਸਮੇਤ ਫਿਰ ਸਤਿਗੁਰੂ ਬਾਦਸ਼ਾਹ ਨੂੰ ਮਿਲ ਕੇ ਬਾਹਰ ਆਏ ਨੇ। ਭਏ ਸੰਗ ਗਮਨੇ ਗ੍ਰਹਿ ਚੰਦ। ਫਿਰ ਜਿਹੜਾ ਮੁਰਤਜ਼ਾ ਖਾਂ ਉਹ ਚੰਦੂ ਦੇ ਘਰ ਚੰਦੂ ਦੇ ਨਾਲ ਇਹ ਆਪਣੇ ਘਰੇ ਲੈ ਗਏ। ਸ਼ਾਹ ਸੰਗ ਸੰਵਾਦ ਬਖਾਨਿਓ। ਜਹਾਂਗੀਰ ਦੇ ਨਾਲ ਕੀ ਸੰਵਾਦ ਹੋਇਆ, ਕੀ ਵਿਚਾਰ ਹੋਈ ਹੈ, ਸੋ ਹਮਨੇ ਕੁਛ ਸੁਣਿਓ ਨਾ ਜਾਣਿਓ। ਨਾ ਅਸੀਂ ਉਹ ਗੱਲ ਸੁਣੀ ਹੈ ਤੇ ਨਾ ਅਸੀਂ ਜਾਣਦੇ ਹਾਂ। ਅਸੀਂ ਬਾਹਰ ਸਾਂ, ਗੁਰੂ ਸਾਹਿਬ ਜੀ ਅੰਦਰ ਗਏ। ਜੋ ਗੱਲਬਾਤ ਬਾਦਸ਼ਾਹ ਨਾਲ ਹੋਈ ਹੈ ਅੰਦਰ ਜਹਾਂਗੀਰ ਦੇ ਨਾਲ, ਉਹ ਕੀ ਹੋਈ ਹੈ ਨਾ ਅਸੀਂ ਸੁਣੀ ਹੈ ਤੇ ਨਾ ਅਸੀਂ ਜਾਣਦੇ ਹਾਂ। ਕੀਮਤ ਹੈ ਭਈ ਨਾ ਕੁਛ ਗਤ ਜਾਨੀ। ਤੇ ਇਹ ਗੱਲਬਾਤ ਅਸੀਂ ਨਹੀਂ ਜਾਣਦੇ। ਪਹੁੰਚੇ ਪੁਨ ਬੜ ਦੁਸ਼ਟ ਬਤਸਥਾਨੀ। ਪਰ ਵੱਡੇ ਦੁਸ਼ਟਾਂ ਦੇ ਥਾਂ ਦੇ ਉੱਤੇ ਚੰਦੂ ਦੇ ਘਰ ਸਤਿਗੁਰੂ ਪਹੁੰਚ ਗਏ। ਅੰਤਰ ਜਬੈ ਪ੍ਰਵੇਸ਼ਤ ਭਏ। ਇਹਨਾਂ ਦੁਸ਼ਟਾਂ ਨੇ, ਮੰਦੀ ਮਤ ਵਾਲਿਆਂ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਅੰਦਰ ਖੜਿਆ। ਦ੍ਰਿੜ ਦੀਵਾਰ ਦੋਨੋਂ ਦੇ ਦਏ। ਚੰਦੂ ਨੇ ਫਿਰ ਆਪਣੀ ਹਵੇਲੀ ਦੇ ਜਿਹੜੇ ਅੰਦਰਲੇ ਦੋਵੇਂ ਦਰਵਾਜ਼ੇ ਸੀ ਬੰਦ ਕਰ ਦਿੱਤੇ। ਹਮਕੋ ਡਿਉੜੀ ਥਾਨ ਟਿਕਾਏ। ਸਾਨੂੰ ਡਿਉੜੀ ਉੱਤੇ ਹੀ ਇਹਨਾਂ ਨੇ ਰੋਕ ਦਿੱਤਾ। ਅੰਤਰ ਸ੍ਰੀ ਸਤਿਗੁਰੂ ਬਿਠਾਏ। ਤੇ ਹਵੇਲੀ ਦੇ ਅੰਦਰ ਚੰਦੂ ਨੇ ਸਤਿਗੁਰਾਂ ਨੂੰ ਅੰਦਰ ਬਿਠਾਇਆ। ਖਾਣ ਪਾਣ ਅਰ ਸੁਪਤਨ ਵਰਜੇ। ਤੇ ਖਾਣ ਪੀਣ ਤੋਂ, ਸੌਣ ਤੋਂ ਰੋਕ ਦਿੱਤਾ। ਇਹ ਪਹਿਲੇ ਦਿਨ ਦਾ ਤਸੀਹਾ ਦੇਣਾ ਇਹਨਾਂ ਨੇ ਸ਼ੁਰੂ ਕੀਤਾ ਸੀ ਕਿ ਨਾ ਤੇ ਇਹਨਾਂ ਨੂੰ ਕੁਝ ਖਾਣ ਨੂੰ ਦੇਣਾ, ਨਾ ਪੀਣ ਨੂੰ, ਤੇ ਨਾ ਸੌਣ ਦੇਣਾ, ਕਿਉਂਕਿ ਹੁਕਮ ਤਾਂ ਜਹਾਂਗੀਰ ਦਾ ਸੀ। ਜੈਸਾ ਰਾਜਾ ਵੈਸੀ ਪ੍ਰਜਾ, ਉਸੇ ਤਰ੍ਹਾਂ ਦੀ ਹੁਕਮ ਦੀ ਪਾਲਣਾ ਮੁਰਤਜ਼ਾ ਖਾਂ ਤੇ ਚੰਦੂ ਨੇ ਕੀਤੀ। ਤੇ ਇਹਨਾਂ ਨੇ ਕਿਹਾ ਸੀ ਕਿ ਜੇ ਸੌਣ, ਖਾਣ ਪੀਣ ਤੇ 1 ਲੱਖ ਰੁਪਈਆ ਪਹਿਲਾਂ ਜੁਰਮਾਨਾ ਭਰਨ। ਜੇ ਲਾਹੌਰ ਨਿਵਾਸੀ ਸਿੱਖ ਕਹਿੰਦੇ ਸਨ ਮਹਾਰਾਜ ਇੱਥੇ ਕਈ ਲੱਖਾਂ ਹਾਜ਼ਰ ਕਰੀਏ, ਪਰ ਗੁਰੂ ਸਾਹਿਬ ਜੀ ਨੇ ਇਨਕਾਰ ਕੀਤਾ ਸੀ। ਕਹਿਣ ਲੱਗੇ ਸਿੱਖ ਮਹਾਰਾਜ ਨੂੰ ਅੰਦਰ ਲੈ ਕੇ ਗਿਆ ਚੰਦੂ, ਸਾਨੂੰ ਬਾਰ-ਬਾਰ ਡਿਉੜੀ ਤੇ ਹੀ ਰੋਕ ਦਿੱਤਾ, ਨਾ ਖਾਣ ਦਿੱਤਾ, ਨਾ ਪੀਣ ਦਿੱਤਾ, ਤੇ ਨਾ ਹੀ ਸੌਣ ਤੋਂ ਵੀ ਰੋਕ ਦਿੱਤਾ। ਪੁਨ ਸਜਾਏ ਦੁਖ ਕਹਿ ਕਹਿ ਤਰਜੇ। ਫਿਰ ਕਹਿ ਕੇ ਬੜੀ ਤਾੜਨਾ ਕਰਨ ਲੱਗਾ ਤੇ ਸਜਾਵਾਂ ਦੀਆਂ ਗੱਲ ਚੰਦੂ ਨੇ ਸੁਣਾਈਆਂ। ਲਿਹੁ ਨਾਤਾ ਨਤ ਕਰੇ ਹੋਂ ਘਾਤ। ਸਾਰੀਆਂ ਸ਼ਰਤਾਂ ਅੱਗੇ ਰੱਖੀਆਂ ਗਈਆਂ ਜਿਹੜੀਆਂ ਜਹਾਂਗੀਰ ਵੱਲੋਂ ਦਸੀਆਂ ਸਨ ਕਿ ਇਸਲਾਮ ਨੂੰ ਕਬੂਲੋ, ਇਹ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਅੰਦਰ ਸਾਡੇ ਵੱਲੋਂ ਕੁਝ ਸ਼ਬਦ ਜਿਹੜੇ ਉਹ ਦਰਜ ਕਰੋ, ਮੁਹੰਮਦ ਸਾਹਿਬ ਦੀ ਸਿਫਤ ਲਿਖੋ, ਜੇ ਕੋਈ ਪੀਰ ਹੋ ਤੇ ਫਿਰ ਕਰਾਮਾਤ ਦਿਖਾਓ। ਇਹ ਸਾਰੀਆਂ ਸ਼ਰਤਾਂ ਤੇ ਚੰਦੂ ਦੀ ਆਪਣੀ ਜਿਹੜੀ ਪਰਸਨਲ ਸੀ ਉਹ ਸੀ ਮੇਰੀ ਧੀ ਦਾ ਰਿਸ਼ਤਾ ਕਬੂਲ ਕਰੋ। ਇਹ ਸਾਰੀਆਂ ਸ਼ਰਤਾਂ ਫਿਰ ਦੁਹਰਾਈਆਂ ਗਈਆਂ। ਨਾ ਸਤਿਗੁਰ ਮਾਨੀ ਤਿਸ ਗਬਾਤ। ਪਰ ਗੁਰੂ ਸਾਹਿਬ ਜੀ ਨੇ ਇਹਨਾਂ ਦੀ ਕੋਈ ਗੱਲ ਨਾ ਮੰਨੀ। 3 ਦਿਵਸ ਬੜ ਦੀਨ ਸਜਾਏ। 3 ਦਿਨ ਸਤਿਗੁਰਾਂ ਨੂੰ ਫਿਰ ਤਸੀਹੇ ਦਿੱਤੇ ਹਨ। ਹੋਤ ਭਈ ਸਭ ਗੁਰੂ ਗੁਰੂ ਰਜਾਏ। ਤੇ ਇਹ ਸਾਰੀ ਗੁਰੂ ਸਾਹਿਬ ਦੀ ਆਪਣੀ ਰਜਾ ਸੀ, ਨਹੀਂ ਤਾਂ ਇਹਨਾਂ ਦੀ ਕੀ ਮਜਾਲ ਸੀ, ਕੀ ਜੁਰਤ ਸੀ, ਜਿਨ੍ਹਾਂ ਬਾਰੇ ਇਹ ਬਚਨ ਪੜ੍ਹਦੇ ਹਾਂ। ਗੁਰ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਨੂੰ ਕੋ ਤਤੀ ਤਵੀ ਤੇ ਬਿਠਾ ਜਾਵੇ, ਸੀਸ ਤੇ ਰੇਤ ਪਾ ਜਾਵੇ, ਉਬਲਦੀ ਦੇਗ ਚ ਬਿਠਾ ਜਾਵੇ। ਇਹ ਸਾਰੀ ਗੁਰੂ ਸਾਹਿਬ ਦੀ ਆਪਣੀ ਰਜਾ ਸੀ। ਨਾਹੀਂ ਤਾਂ ਕਿਆ ਮਾਰਨ ਤਿਸ ਕੇਰੋ। ਨਹੀਂ ਤਾਂ ਇਹਨਾਂ ਤੁਰਕਾਂ ਦੇ ਵਿੱਚ, ਇਸ ਚੰਦੂ ਵਿੱਚ, ਮੁਰਤਜ਼ਾ ਖਾਂ ਵਿੱਚ, ਬਾਦਸ਼ਾਹ ਦੇ ਵਿੱਚ ਕੀ ਤਾਕਤ ਸੀ। ਤੁਰਕਨ ਰਾਜ ਪ੍ਰਤਾਪ ਵਡੇਰੋ। ਭਾਵੇਂ ਇਹਨਾਂ ਤੁਰਕਾਂ ਦਾ ਰਾਜ ਹੈ ਤੇ ਇਹਨਾਂ ਦਾ ਵੱਡਾ ਪ੍ਰਤਾਪ ਹੈ। ਇੱਕ ਸਿੱਖ ਨਾਸੈ ਬਿਲਮ ਬਹੀਨਾ। ਇਹਨਾਂ ਦੀ ਤਾਕਤ ਤਾਂ ਗੁਰੂ ਦੀ ਕਿਰਪਾ ਦੇ ਨਾਲ ਬਿਨਾਂ ਦੇਰੀ ਤੋਂ ਕੱਲਾ ਸਿੱਖ ਹੀ ਇਹਨਾਂ ਦੀ ਤਾਕਤ ਨਾਸ ਕਰ ਦੇ। ਇੰਨੀ ਸਤਿਗੁਰੂ ਤੁਹਾਡੀ ਕਿਰਪਾ ਹੈ ਕਿ ਆਪ ਕਿਰਪਾ ਕਰੋ ਤੇ ਕੱਲਾ ਕੱਲਾ ਸਿੱਖ ਹੀ ਇਹਨਾਂ ਤੁਰਕਾਂ ਦਾ ਰਾਜ ਜਿਹੜਾ ਉਹ ਨਾਸ਼ ਕਰ ਦਵੇ। ਕਹਿ ਸਤਿਗੁਰ ਸਭ ਬਰਜਨ ਕੀਨਾ। ਪਰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਰੋਕ ਰੱਖਿਆ ਸੀ। ਮਾਰ ਖਾਏ ਬੈਠੇ ਮੁਰਝਾਏ। ਤੇ ਬਹੁਤ ਜ਼ਿਆਦੇ ਤਸੀਹੇ ਦਿੱਤੇ, ਸਤਿਗੁਰੂ ਬੈਠੇ ਰਹੇ। ਹਮ ਹੇਰਤ ਗੁਰ ਸਹੀ ਸਜਾਏ। ਭਾਈ ਬਿਧੀ ਚੰਦ ਕਹਿੰਦੇ ਨੇ ਸਤਿਗੁਰੂ ਸਾਡੇ ਦੇਖਦਿਆਂ ਦੇਖਦਿਆਂ ਗੁਰੂ ਸਾਹਿਬ ਜੀ ਨੂੰ ਬੜੇ ਤਸੀਹੇ ਦਿੱਤੇ। ਨਿਕਸੇ ਰਾਵੀ ਕਰਨ ਇਸ਼ਨਾਨ। ਫਿਰ ਸਤਿਗੁਰੂ ਬਾਹਰ ਨਿਕਲੇ ਰਾਵੀ ਤੇ ਇਸ਼ਨਾਨ ਕਰਨ ਲਈ। ਤਟ ਪਰ ਥਿਤ ਥਿਰ ਹੋਏ ਤਿਆਗੇ ਪ੍ਰਾਨ। ਰਾਵੀ ਦੇ ਕੰਢੇ ਤੇ ਬੈਠ ਕੇ ਸਤਿਗੁਰੂ ਜੀ ਨੇ ਇਸ਼ਨਾਨ ਤੋਂ ਬਾਅਦ ਜਪ ਬਾਣੀ ਦਾ, ਜਪਜੀ ਸਾਹਿਬ ਦਾ ਪਾਠ ਕੀਤਾ ਤੇ ਆਪਣਾ ਇਹ 5 ਭੌਤਿਕ ਜਿਹੜਾ ਸਰੀਰ ਸੀ, ਪਵਨ ਹੈ ਮੈਂ ਪਵਨ ਸਮਾਇਆ,
ਜੋਤੀ ਮੈਂ ਜੋਤ ਰਲ ਜਾਇਆ, ਇਹ ਪੰਜ ਭੌਤਿਕ ਸਰੀਰ ਛੱਡ ਦਿੱਤਾ। ਲਵਪੁਰ ਸੰਗਤ ਮਿਲੀ ਵਿਸਾਲਾ, ਲਾਹੌਰ ਦੀ ਸਿੱਖ ਸੰਗਤ ਸਾਰੀ ਇਕੱਤਰ ਹੋਈ। ਜਲ ਪ੍ਰਵਾਹ ਕੀਨ ਸਤਤ ਕਾਲਾ, ਤਤਕਾਲ ਸਤਿਗੁਰੂ ਜੀ ਦੀ ਦੇਹ ਜਲ ਦੇ ਵਿੱਚ ਪ੍ਰਵਾਹ ਕੀਤੀ। ਦਰਗਿਆਸੇ ਅਸ ਕੌਤਕ ਹੋਵਾ, ਤੇ ਸਤਿਗੁਰੂ ਜੀ ਇਹ ਜਿਹੜਾ ਕੌਤਕ ਸੀ, ਦ੍ਰਿਗ ਆਗੇ ਅਸ ਕੌਤਕ ਹੋਵਾ। ਭਾਈ ਬਿਧੀ ਚੰਦ ਸੁਣਾ ਰਹੇ ਹਨ ਮਹਾਰਾਜ, ਇਹ ਸਾਰਾ ਕੌਤਕ ਜਿਹੜਾ ਸੀ ਉਹ ਆਪਾਂ ਅੱਖੀ ਤੱਕਿਆ ਹੈ, ਇਹ ਸਾਰਾ ਕੁਝ ਅਸੀਂ ਆਪਣੇ ਅੱਖੀਂ ਦੇਖਿਆ ਹੈ। ਹਮ ਸਿੱਖ ਨਾਮ ਸਰਬ ਹੀ ਜੋਵਾ, ਸਾਡਾ ਨਾਮ ਸਿੱਖ ਹੈ ਨਾ, ਤੇ ਅਸੀਂ ਇਹ ਸਾਰਾ ਕੁਝ ਆਪਣੇ ਅੱਖੀਂ ਤੱਕ ਕੇ ਆਏ ਹਾਂ। ਮਰਨੇ ਆਗੇ ਮਹਿ ਦੁਖ ਭਾਗੇ, ਤੇ ਖੋਟੇ ਭਾਗ ਸਾਡੇ ਬਹੁਤ ਵੱਡੇ ਨੇ, ਇਹਦੇ ਨਾਲੋਂ ਪਹਿਲਾਂ ਅਸੀਂ ਮਰ ਕਿਉਂ ਨਹੀਂ ਗਏ। ਹਿਰਦਾ ਨ ਬਿਦਰਿਓ ਦੁਖ ਨ ਲਾਗੇ, ਸਾਨੂੰ ਦੁੱਖ ਨਾ ਲੱਗਾ, ਸਾਡਾ ਕਾਲਜਾ ਨਾ ਪਾਟਿਆ। ਇਹਨਾਂ ਕੁਝ ਆਪਾਂ ਅੱਖੀਂ ਦੇਖ ਕੇ ਆਏ ਹਾਂ, ਪਰ ਇਹ ਸਾਰਾ ਕੁਝ ਸਤਿਗੁਰਾਂ ਨੇ ਆਪਣੀ ਰਜ਼ਾ ਵਿੱਚ ਕੀਤਾ ਹੈ। ਹਰ ਗੋਬਿੰਦ ਸੁਨ ਦੁਖਦ ਮਹਾਨਾ, ਇਹ ਸੰਗਤ ਜੀ ਬਹੁਤ ਵੱਡੀ ਦੁੱਖ ਦੀ ਘੜੀ ਸੀ ਸਾਰਿਆਂ ਲਈ। ਜਿੰਨੀਆਂ ਸੰਗਤਾਂ ਇੱਥੇ ਬਿਰਾਜਮਾਨ ਨੇ, ਇਹ ਸਾਰਾ ਕੁਝ ਸਾਰਿਆਂ ਨੇ ਕੰਨੀ ਸੁਣਿਆ ਹੈ। ਬਾਣੇ ਬਾਣ ਲਗੀ ਜਨ ਕਾਨਾ, ਮਾਨੋ ਕਿ ਇਹ ਗੱਲ ਸੁਣ ਕੇ, ਬੋਲ ਸੁਣ ਕੇ ਕੰਨਾਂ ਦੇ ਵਿੱਚ ਤੀਰ ਦੇ ਸਮਾਨ ਲੱਗੇ ਹੋਣ। ਦਿਉ ਹਿਰਦਾ ਪੁਕਾਰਤ ਊਚੇ, ਹਿਰਦਾ ਹੀ ਵਿੰਨਿਆ ਗਿਆ ਤੇ ਸਾਰੇ ਸੁਣ ਕੇ ਉੱਚੀ ਪੁਕਾਰ ਉੱਠੇ ਨੇ। ਤਜ ਏਕਲ ਪਰਲੋਕ ਪਹੁੰਚੇ, ਕਹਿਣ ਲੱਗੇ ਸਤਿਗੁਰੂ ਸਾਨੂੰ ਕੱਲਿਆਂ ਨੂੰ ਛੱਡ ਕੇ ਆਪ ਪਰਲੋਕ ਚਲੇ ਗਏ। ਸਗਰੀ ਸੰਗਤ ਘੇਰਿਆ ਲੰਬੋ, ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸਾਰੀ ਸਿੱਖ ਸੰਗਤ ਦੇ ਆਸਰਾ ਨੇ। ਕਰੇ ਪ੍ਰਤੀਖਣ ਦਾਸ ਕਦੰਬ, ਸਾਰੇ ਦਾਸ ਬੈਠੇ, ਸੇਵਕ ਬੈਠੇ, ਸਤਿਗੁਰਾਂ ਦੀ ਉਡੀਕ ਕਰ ਰਹੇ ਨੇ। ਬਲ ਪਿਆਰ ਬਲ ਗੁਰ ਜਬ ਰੋਏ, ਛੋਟੀ ਉਮਰ ਹੈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ, ਭਾਵ 11 ਵਰਿਆਂ ਦੀ ਉਮਰ ਸੀ ਸਤਿਗੁਰਾਂ ਦੀ ਉਸ ਵੇਲੇ। ਸਾਰੀ ਸੰਗਤ ਇਹ ਸੁਣ ਕੇ ਤੇ ਬਹੁਤ ਵਿਰਾਗ ਵਿੱਚ ਆਈ ਹੈ। ਕਰੀ ਪੁਕਾਰ ਊਚ ਸਭ ਕੋਏ, ਮਾਨੋ ਕਈ ਇਹਨਾਂ ਦੇ ਹਿਰਦੇ ਸਿੱਖਾਂ ਦੇ ਸੁਣ ਕੇ ਭਰੇ। ਇਹ ਪੰਜ ਪੰਕਤੀਆਂ ਵਿੱਚ ਆਪਾਂ ਇਹ ਸਰਵਣ ਕੀਤਾ ਹੈ, ਪਰ ਸਾਰਾ ਸ਼ਹੀਦੀ ਵਾਲਾ ਪ੍ਰਸੰਗ ਉਹ ਆਪਾਂ ਸ਼ਹਾਦਤ ਵਾਲੇ ਦਿਨ ਸਰਵਣ ਕੀਤਾ ਹੈ, ਉਹਨਾਂ ਦਿਹਾੜਿਆਂ 'ਚ ਸੁਣਿਆ ਹੈ। ਇਹ ਸਾਰਾ ਕੁਝ ਤਾਂ ਸਿੱਖਾਂ ਨੇ ਅੱਖੀਂ ਤੱਕਿਆ। ਸਾਰਾ ਵਾਕਿਆ ਇੱਥੇ ਆ ਕੇ ਅੰਮ੍ਰਿਤਸਰ ਦੀਆਂ ਸੰਗਤਾਂ ਨੂੰ ਸੁਣਾਇਆ। ਇਹ ਸੁਣ ਕੇ ਸਾਰਿਆਂ ਦੇ ਹਿਰਦੇ ਵਿਰਾਗ ਦੇ ਨਾਲ ਭਰ ਗਏ। ਕਈ ਤਾਂ ਸੁਣ ਕੇ ਉੱਚੀ ਉੱਚੀ ਪੁਕਾਰ ਉੱਠੇ ਨੇ। ਬੈਠੀ ਹੁਤੀ ਗੰਗ ਚਿਤ ਸ਼ਾਂਤੀ, ਮਾਤ ਗੰਗਾ ਜੀ ਬੜੇ ਸ਼ਾਂਤ ਚਿੱਤ ਦੇ ਨਾਲ ਬੈਠੇ ਨੇ। ਸੁਣਦ ਕੂਕ ਦਲ ਕੀ ਤਬ ਛਾਤੀ, ਪਰ ਜਦੋਂ ਸਾਰਿਆਂ ਦੀ ਉੱਚੀ ਪੁਕਾਰ ਸੁਣੀ ਹੈ ਤੇ ਸਾਰਿਆਂ ਦਾ ਇੱਕ ਵਾਰ ਹਿਰਦਾ ਜਿਹੜਾ ਉਹ ਇਸ ਤਰ੍ਹਾਂ ਡੋਲਿਆ ਹੈ। ਸੁਧ ਕੋ ਦਾਸੀ ਤੁਰਤ ਪਠਾਈ, ਦਾਸੀ ਨੂੰ ਖਬਰ ਲੈਣ ਵਾਸਤੇ ਭੇਜਿਆ ਹੈ। ਗੁਰ ਪਰਲੋਕ ਪਾਇਆਨ ਸੁਨਾਈ, ਉਹ ਦਾਸੀ ਨੇ ਆ ਕੇ ਸੁਣਾਇਆ ਹੈ ਕਿ ਮਾਤਾ ਜੀ ਸਤਿਗੁਰੂ ਪਰਲੋਕ ਪਿਆਨਾ, ਸੱਚਖੰਡ ਪਿਆਨਾ ਕਰ ਗਏ ਨੇ। ਮਨਹੁ ਅਚਾਨਕ ਬਜਰ ਪ੍ਰਹਾਰਾ, ਮਾਨੋ ਕਿ ਸੁਣਦੇ ਸਾਰੀ ਜਿਹੜੇ ਸੰਗਤਾਂ ਮਾਤ ਜੀ ਦੇ ਪਾਸ ਬੈਠੀਆਂ ਨੇ, ਸੁਣ ਕੇ ਸਾਰਿਆਂ ਦੇ ਹਿਰਦੇ ਨੂੰ ਇਸ ਤਰ੍ਹਾਂ ਸੱਟ ਵੱਜੀ ਜਿਸ ਤਰ੍ਹਾਂ ਵਜਰ ਸ਼ਸਤਰ ਲੱਗਾ ਹੋਵੇ। ਕੰਚਨ ਬੇਲ ਗਿਰੀ ਇੱਕ ਬਾਰਾ, ਮਾਨੋ ਕਿ ਇੱਕੋ ਵਾਰ ਦੇ ਵਿੱਚ ਵੇਲ ਡਿੱਗ ਪਈ ਹੋਵੇ। ਹਾਏ ਹਾਏ ਕਹਿ ਕਹਿ ਮੁਰਝਾਈ, ਕਈ ਤਾਂ ਮੁਖੋਂ ਹਾਏ ਹਾਏ ਕਹਿ ਉੱਠੇ ਹਨ। ਰੁਦਤ ਬ੍ਰਿੰਦ ਦਾਸੀ ਨੇ ਉਠਾਈ, ਜਿਹੜੀਆਂ ਦਾਸੀਆਂ ਸਨ ਉਹ ਵੀ ਨੇਤਰ ਭਰ ਲਏ ਹਨ। ਕੇਸ ਉਖਾਰਤ ਬਾਹੋ ਉਸਾਰਤ, ਆਪੇ ਦੀ ਕਈਆਂ ਨੂੰ ਸੁਣ ਕੇ ਸੰਭਾਲ ਨਹੀਂ ਰਹੀ। ਆਰਤ ਸ਼ੋਕ ਵਿਸਾਲ ਪੁਕਾਰ, ਬਹੁਤਾ ਜ਼ਿਆਦਾ ਸ਼ੋਕ ਦੁੱਖ ਮਾਣਿਆ ਹੈ ਆਪਣੇ ਮਨ ਵਿੱਚ। ਸਗਰ ਨਗਰ ਮੈਂ ਸੁਨਿਓ ਪ੍ਰਸੰਗ, ਸਾਰੇ ਅੰਮ੍ਰਿਤਸਰ ਦੇ ਵਿੱਚ ਇਹ ਗੱਲ ਜਿਹੜੀ ਸੁਣੀ ਹੈ ਸੰਗਤਾਂ ਨੇ। ਦੌਰ ਤੇ ਆਵਤ ਰੁਦਤ ਉਤੰਗ, ਉੱਚੀ ਉੱਚੀ ਦੂਰੋਂ ਹੀ ਰੋਂਦਿਆਂ ਹੋਇਆਂ ਇੱਧਰ ਨੂੰ ਆ ਰਹੇ ਹਨ। ਮਿਲੇ ਸਮੂਹ ਆਏ ਨਰ ਨਾਰੀ, ਸਾਰੀਆਂ ਨਰ ਮਨੁੱਖ ਤੇ ਨਾਰੀਆਂ ਇਸਤਰੀਆਂ ਆ ਕੇ ਮਿਲੀਆਂ ਨੇ। ਰੋਦਤ ਊਚੇ ਕਰਤ ਪੁਕਾਰੀ, ਉੱਚੀ ਰੋ ਕੇ ਪੁਕਾਰ ਕਰਨ ਲੱਗੇ ਨੇ। ਬਿਰਲਾ ਪੈ ਤਜ ਅਸਰੁਨ ਪਾਪੇ, ਨੇਤਰਾਂ ਦੇ ਵਿੱਚੋਂ ਹੰਝੂ ਚੱਲਦੇ ਹਨ। ਵਰਤਾਪੈ ਗੁਣ ਸਿਮਰ ਕਲਾਪੇ, ਗੁਰੂ ਸਾਹਿਬ ਜੀ ਦੇ ਪ੍ਰਤਾਪ ਨੂੰ, ਗੁਣਾਂ ਨੂੰ ਯਾਦ ਕਰਦੇ ਨੇ। ਪੁੱਤਰ ਬਾਲ ਬੈ ਤਿਆਗ ਗੁਸਾਈ, ਸਤਿਗੁਰੂ ਜੀ
ਹਲੇ ਤਾਂ ਤੁਹਾਡੇ ਬਾਲ ਦੀ ਉਮਰ ਜਿਹੜੀ ਉਹ ਛੋਟੀ ਹੈ ਸਿਰ ਪਰ ਸ਼ਤਰੂ ਦੁਸ਼ਟ ਸਮੁਦਾਈ ਤੇ ਸਿਰ ਦੇ ਉੱਤੇ ਬਹੁਤ ਜ਼ਿਆਦੇ ਵੈਰੀ ਇਕੱਠੇ ਹੋਏ ਹਨ। ਤੁਮ ਬਿਨ ਕੋ ਦੀਵਾਨ ਅਬ ਲਾਵੈ ਤੁਹਾਡੇ ਤੋਂ ਬਿਨਾ ਹੁਣ ਕੌਣ ਦੀਵਾਨ ਲਾਵੇਗਾ। ਇਸ ਤੇ ਸਿੱਖ ਮਨ ਬਾਂਸ਼ੈ ਪਾਵੈ ਇਸ ਤੋਂ ਸਿੱਖ ਸੰਗਤਾਂ ਮਨ ਪਾਉਂਦੇ ਫਲ ਪਾਉਣਗੀਆਂ। ਕਰਹਿ ਕੌਣ ਦਾਸਨ ਕਲਿਆਣ ਕੌਣ ਆਪਣੇ ਦਾਸਾਂ ਦੀ ਸਿੱਖਾਂ ਦੀ ਕਲਿਆਣ ਕਰੇਗਾ। ਚੌਂ ਦਿਸ਼ ਕੇ ਪਗ ਪੂਜ ਧਿਆਨ ਚਾਰੇ ਦਿਸ਼ਾਵਾਂ ਤੋਂ ਸਿੱਖ ਤੁਹਾਡੇ ਚਰਨ ਪੂਜਣ ਆਉਂਦੇ ਨੇ। ਕੋ ਸੁਧ ਲੈ ਹੈ ਪਹੁੰਚ ਹਮਾਰੀ ਕੌਣ ਸਾਡੀ ਆ ਕੇ ਖਬਰਸਾਰ ਲਏਗਾ। ਰਾਜ ਤੁਰਕ ਕੋ ਬਹੁ ਬੁਰਿਆਰੀ ਤੇ ਤੁਰਕਾਂ ਦੇ ਤਾਈਂ ਜਿਹੜਾ ਤੁਰਕਾਂ ਦਾ ਰਾਜ ਉਹ ਬਹੁਤ ਬੁਰਾ ਹੈ। ਜਿਨੋ ਚਾਹਿਓ ਕਰਬੇ ਅਨਿਆਈ ਜਿਹਦੇ ਨਾਲ ਚਾਹੁੰਦੇ ਹਨ ਅਨਿਆਂ ਕਰਦੇ ਨੇ। ਬਰਿਓ ਅੰਧੇਰ ਨਾ ਸੂਝੈ ਕਾਈ ਸਾਰੇ ਪਾਸੇ ਹਨੇਰਾ ਛਾ ਗਿਆ, ਕੋਈ ਸਮਝ ਨਹੀਂ ਆਉਂਦੀ। ਉਚਤਾ ਨੁਚਿਤ ਵਿਚਾਰ ਨ ਕਾਈ ਯੋਗ ਅਯੋਗ ਇਹ ਤੁਰਕ ਵਿਚਾਰ ਨਹੀਂ ਕਰਦੇ। ਕਹੇ ਬਲੀ ਨਿਬਲਨ ਕੋ ਖਾਈ ਇਹਨਾਂ ਕੋਲ ਬਲ ਹੈ ਨਾ, ਤੇ ਬਲ ਵਾਲੇ ਜਿਹੜੇ ਨਿਰਬਲ ਨੇ ਕਮਜ਼ੋਰ ਨੇ ਉਹਨਾਂ ਨੂੰ ਖਾ ਹੀ ਜਾਂਦੇ। ਐਸੇ ਇਹਨਾਂ ਦਾ ਰਾਜ ਇਹ ਐਸਾ ਹੈ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿਦਾ ਪਾਇਨ ਘਾਓ ਰਤ ਪਿਤ ਕੁੱਤਿਓ ਚੱਟ ਜਾਓ। ਐਸਾ ਇਹਨਾਂ ਦਾ ਰਾਜ ਹੈ ਕਿਉਂਕਿ ਕੱਲੀ ਇਹਨਾਂ ਕੋਲ ਮੀਰੀ ਹੈ। ਪੀਰੀ ਨਾ ਹੋਣ ਕਰਕੇ ਸਾਰੀ ਹਾਲਤ ਆਪਾਂ ਸਰਵਣ ਕੀਤੀ ਹੈ ਨਾ ਕਿ ਰਾਜ ਤੁਰਕ ਕੋ ਬਹੁ ਬੁਰਿਆਈ। ਕਿਉਂ ਬੁਰਾ ਰਾਜ ਹੈ? ਕਿਉਂਕਿ ਰਾਜ ਦੇ ਵਿੱਚ ਕੱਲੀ ਮੀਰੀ ਹੈ, ਪੀਰੀ ਨਹੀਂ ਹੈ। ਕੱਲਾ ਇਹਨਾਂ ਕੋਲ ਸਿਪਾਹੀ ਪੁਣਾ ਹੈ, ਕੱਲੀ ਤਲਵਾਰ ਹੈ, ਇਹਨਾਂ ਕੋਲ ਮਾਲਾ ਨਹੀਂ, ਭਗਤੀ ਨਹੀਂ। ਭਗਤੀ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਬੰਦਗੀ ਤੋਂ ਬਿਨਾਂ ਕੱਲੀ ਤਲਵਾਰ ਜ਼ੁਲਮ ਦਾ ਰੂਪ ਧਾਰਨ ਕਰਦੀ। ਇਹਦਾ ਤੇ ਨਾਮ ਹੀ ਕਿਰਪਾਨ ਹੈ ਨਾ। ਆ ਪਿੱਛੇ ਪੰਕਤੀਆਂ ਲਿਖੀਆਂ, ਕਿਰਪਾਨ ਪਾਣ ਧਾਰੀਆਂ। ਕਿਰਪਾਨ ਦਾ ਅਰਥ ਹੁੰਦਾ ਹੈ ਕਿਰਪਾ ਆਣ। ਜਿਹੜਾ ਸ਼ਰਨ ਵਿੱਚ ਆ ਜਾਵੇ ਉਹਦੇ ਤੇ ਕਿਰਪਾ ਕਰਨ ਵਾਲੀ ਹੈ। ਇਹ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਸ਼ ਕੀਤੀ। ਪਰ ਇਹਨਾਂ ਕੋਲ ਕੱਲੀ ਕਿਰਪਾਨ ਸੀ। ਕੱਲੀ ਕਿਰਪਾਨ ਜ਼ੁਲਮ ਦਾ ਰੂਪ ਧਾਰਨ ਕਰ ਗਈ। ਕਹਿਣ ਲੱਗੇ ਤੁਰਕਾਂ ਦਾ ਐਸਾ ਰਾਜ ਹੈ, ਜੋ ਚਾਹੁੰਦੇ ਨੇ ਕਰਦੇ ਨੇ। ਸਹੀ ਗਲਤ ਦੀ ਵਿਚਾਰ ਨਹੀਂ ਕੀਤੀ ਜਾਂਦੀ। ਜਿਹੜੇ ਬਲ ਵਾਲੇ ਨੇ ਉਹ ਨਿਰਬਲ ਨੂੰ ਖਾ ਹੀ ਜਾਂਦੇ ਹਨ। ਕਿਤ ਗਮਨੇ ਹਮਰੇ ਰਖਵਾਰੇ ਸਾਡੇ ਰਾਖੇ ਸਤਿਗੁਰੂ ਕਿੱਧਰ ਚਲੇ ਗਏ ਨੇ। ਉੱਚੀ ਬਾਹੂ ਸਾਰ ਪੁਕਾਰੇ ਇਹ ਉੱਚੀ ਉੱਚੀ ਪੁਕਾਰ ਕੀਤੀ ਹੈ। ਨਗਰ ਨਾਰ ਹੋਈ ਸਮੁਦਾਈ ਨਗਰ ਦੀਆਂ ਇਸਤਰੀਆਂ ਇਕੱਠੀਆਂ ਹੋਈਆਂ ਨੇ। ਰੁਦਤ ਸ਼ਬਦ ਕੋ ਬਿਦਤ ਉਠਾਏ ਬਹੁਤ ਵਿਰਾਗ ਵਿੱਚ ਸਾਰੀਆਂ ਆਈਆਂ ਨੇ। ਸੀਸ ਕੇਸ ਬਿਥਰੇ ਸਭ ਕੀਰੇ ਕਈ ਤਾਂ ਇਹ ਗੱਲ ਸੁਣ ਕੇ ਪਿਆਰ ਵਾਲੇ ਸਿੱਖ ਜਿਹੜੇ ਰੋਜ਼ ਨੇਤਰਾਂ ਨਾਲ ਦਰਸ਼ਨ ਕਰਦੇ ਸਨ ਆਪੇ ਦੀ ਸੁੱਧ ਭੁੱਲ ਗਏ ਨੇ। ਸਿਮਰ ਪ੍ਰੇਮ ਗੁਰ ਦੁਖਤ ਕਨੇਰੇ ਗੁਰੂ ਸਾਹਿਬ ਜੀ ਦੇ ਪਿਆਰ ਨੂੰ ਯਾਦ ਕਰਕੇ ਹਿਰਦੇ ਬੜੇ ਦੁਖੀ ਹੋ ਰਹੇ ਨੇ। ਮਹਾ ਸ਼ਕਤ ਜੁਤ ਚਾਹਤ ਜੇਤੀ ਸਤਿਗੁਰੂ ਤਾਂ ਸਾਰੀ ਸ਼ਕਤੀ ਦੇ ਸਹਿਤ ਹਨ। ਜਿੰਨੀ ਸ਼ਕਤੀ ਚਾਹਣ ਸਤਿਗੁਰੂ ਓਨੀ ਵਧਾ ਲੈਂਦੇ ਨੇ, ਵਧਾ ਸਕਦੇ ਨੇ। ਪਰ ਇਹਨਾਂ ਕੁਝ ਹੁੰਦਿਆਂ ਸਤਿਗੁਰੂ ਜੀ ਨੇ ਅਸ਼ਤ ਸਹੀ ਵਿਪਦ ਕਿਮ ਏਤੀ ਇੰਨੀ ਵਿਪਤਾ ਆਪਣੇ ਤਨ ਤੇ ਕਿਉਂ ਸਹਾਰੀ ਹੈ? ਕਿਉਂਕਿ ਜਿਹੜੇ ਪਹਿਲੇ ਭਾਵੇਂ ਭਗਤੀ ਵਾਲੇ ਕੁਝ ਹੋਏ ਨੇ, ਉਹਨਾਂ ਨੇ ਕੁਝ ਕਰਾਮਾਤਾਂ ਦਿਖਾਈਆਂ, ਤਾਂ ਕਰਕੇ ਲੋਕ ਪੁਰਾਣੇ ਉਹਨਾਂ ਲੋਕਾਂ ਦੇ ਬੋਲ ਭੁੱਲ ਗਏ ਤੇ ਕੱਲੀਆਂ ਕਰਾਮਾਤਾਂ ਯਾਦ ਰੱਖਦੇ। ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੀ ਜਾਨ ਨੂੰ ਬਚਾਉਣ ਲਈ, ਸਰੀਰ ਨੂੰ ਸਲਾਮਤ ਰੱਖਣ ਲਈ ਕੋਈ ਕਰਾਮਾਤ ਨਹੀਂ ਦਿਖਾਈ। ਇਸੇ ਕਰਕੇ ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਅੱਜ ਪਾਵਨ ਬੋਲ ਸਾਰੀ ਸਿੱਖ ਸੰਗਤ ਦੀ ਸਮੁੱਚੀ ਕਾਇਨਾਤ ਦੀ ਅਗਵਾਈ ਕਰ ਰਹੇ। ਭੱਟ ਜਨਾਂ ਨੇ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤੁਸੀਂ ਸਾਰੇ ਸੰਸਾਰ ਨੂੰ ਪਾਰ ਲੰਘਾਉਣ ਵਾਲੇ ਜਹਾਜ਼ ਹੋ। ਗੁਰ ਅਰਜਨ ਨੂੰ, ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਕਲਯੁਗ ਜਹਾਜ਼। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਲਯੁਗ ਦੇ ਸਮੇਂ ਅੰਦਰ ਉਹ ਜਹਾਜ਼ ਦੀ ਨਿਆਈ ਹਨ। ਸਗਲ ਸ੍ਰਿਸ਼ਟ ਲਗਵੇ ਤਰੋ, ਸਾਰਾ ਸੰਸਾਰ ਹੀ ਇਸ ਜਹਾਜ਼ ਦੇ ਉੱਤੇ ਸਵਾਰ ਕਰਕੇ ਪਾਰ ਲੰਘਾਉਣ ਵਾਲੇ। ਨਹੀਂ ਤਾਂ ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਹਰੇਕ ਵਾਹਨ ਦੀ ਲਿਮਟ ਹੈ। ਉਹਦੇ ਵਿੱਚ ਕੁਝ ਸਵਾਰੀਆਂ ਬੈਠ ਸਕਦੀਆਂ ਨੇ, ਲਿਮਟ ਤੋਂ ਵੱਧ ਨਹੀਂ। ਕੋਈ ਵੀ ਸਵਾਰੀ ਆਪਾਂ ਦੇਖ ਲਈ। ਪਰ ਭੱਟ ਜੀ ਕਹਿੰਦੇ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਇਹ ਇਕੱਲਾ ਪੰਜਾਬ ਨਹੀਂ, ਇਕੱਲਾ ਭਾਰਤ ਨਹੀਂ, ਇਕੱਲੇ ਕਿਸੇ ਦੇਸ਼ ਦੀ ਗਿਣਤੀ ਨਹੀਂ ਕੀਤੀ। ਉਹ ਕਹਿਣ ਲੱਗੇ ਸਗਲ ਸ੍ਰਿਸ਼ਟ ਲਗਵੇ ਤਰੋ, ਸਾਰੇ ਸੰਸਾਰ ਨੂੰ ਹੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਤੁਸੀਂ ਤਾਰਨ ਵਾਸਤੇ ਜਹਾਜ਼ ਦੀ ਨਿਆਈ ਹੋ। ਇਸ ਕਰਕੇ ਸਿੱਖ ਕਹਿੰਦੇ ਨੇ, ਸੰਗਤਾਂ ਕਹਿੰਦੀਆਂ ਨੇ, ਮਹਾਰਾਜ ਆਪ ਜੀ ਤਾਂ ਸਤਿਗੁਰੂ ਇੰਨੀ ਸ਼ਕਤੀ ਦੇ ਸਹਿਤ ਹੋ,
ਜਿੰਨੀ ਸ਼ਕਤੀ ਚਾਹੋ ਆਪ ਵਧਾ ਸਕਦੇ ਹੋ, ਪਰ ਜਰੀ ਅਜਾਰ ਉਰ ਧੀਰਜ ਧਾਰੀ। ਆਪ ਜੀ ਨੇ ਨਾ ਜਰੇ ਜਾਣ ਨੂੰ ਵੀ ਆਪਣੇ ਹਿਰਦੇ ਵਿੱਚ ਜਰ ਲਿਆ ਹੈ। ਹੋਏ ਅਸ ਸ਼ਿਮਾਨ ਆਣ ਮਝਾਰੀ। ਹੋਏ ਆਸ ਸ਼ਿਮਾਨ ਆਨ ਬਜਾਰੀ। ਹੋਰ ਕੌਣ ਐਸਾ ਧੀਰਜ ਧਾਰੀ ਹੋ ਸਕਦਾ ਹੈ? ਨਹੀਂ ਤੇ ਕਿਸੇ ਕੋਲ ਕੋਈ ਤਾਕਤ ਹੋਵੇ ਤੇ ਉਹ ਆਪਣੀ ਜਾਨ ਬਚਾਉਣ ਵਾਸਤੇ ਤਾਕਤ ਤਾਂ ਵਰਤਦਾ ਹੀ ਹੈ ਨਾ। ਪਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂ ਧਰਤੀ ਨੂੰ ਵੀ ਧੀਰਜ ਸਿਖਾ ਦਿੱਤਾ ਹੈ। ਕਹਿਣ ਲੱਗੇ ਕੌਣ ਹੈ ਐਸਾ ਧੀਰਜ ਧਾਰੀ ਜੋ ਸਭ ਕੁਝ ਕੋਲ ਹੁੰਦਿਆਂ ਜਰ ਲਏ। ਸੰਗਤ ਜੀ, ਜਰਨਾ ਤੇ ਬਹੁਤ ਔਖਾ ਹੈ ਨਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਮਾਣ ਹੁੰਦੇ ਹੋਏ ਨਿਮਾਣਾ, ਤਾਣ ਹੁੰਦੇ ਹੋਏ ਨਤਾਣਾ। ਹਉ ਤਿਸ ਘੋਲ ਘੁਮਾਇਆ, ਮੈਂ ਉਹਦੇ ਤੋਂ ਕੁਰਬਾਨ ਜਾਨਾ, ਬਲਿਹਾਰ ਜਾਨਾ। ਪਰ ਬੰਦੇ ਕੋਲ ਤਾਕਤ ਨਾ ਵੀ ਹੋਵੇ ਤੇ ਉਹ ਵੱਧ ਦਿਖਾਵਾ ਕਰੇਗਾ। ਇੱਥੇ ਤਾਂ ਸਾਰਾ ਕੁਝ ਕੋਲ ਹੁੰਦਿਆਂ ਪ੍ਰਤੱਖ ਹਰ ਸਤਿਗੁਰੂ ਜੀ ਨੇ ਸਾਰਾ ਕੁਝ ਆਪਣੇ ਤਨ ਤੇ ਸਹਾਰ ਲਿਆ। ਐਸਾ ਧੀਰਜ ਧਾਰੀ ਕੌਣ ਹੋ ਸਕਦਾ ਹੈ? ਇਤਿਆਦਿਕ ਗੁਣ ਰੁੱਧਤ ਪਨੰਤੀ। ਇਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਗੁਣ ਬਿਆਨ ਕਰਦੇ ਹਨ। ਪੀਠ ਤੇ ਹੱਥ ਨਸੀਸ ਹਨੰਤੀ। ਤੇ ਬਹੁਤ ਜ਼ਿਆਦੀ ਆਪਣੇ ਸਰੀਰ ਨੂੰ ਵੀ ਕਈ ਤਾੜਨਾ ਕਰਦੇ ਨੇ। ਹਿਮੰਤਰ ਬੜ ਮਾਚਿਓ ਰੋਰਾ। ਇਸ ਤਰ੍ਹਾਂ ਬਹੁਤ ਰੌਲਾ ਮਚਿਆ ਹੈ। ਸੁਣਤ ਦੂਰ ਤੇ ਆਏ ਸੋ ਦੌਰਾ। ਦੂਰ ਦੂਰ ਤੋਂ ਜਿਹੜੇ ਸੁਣਦੇ ਨੇ ਉਹ ਵੀ ਦੌੜ ਕੇ ਆਉਂਦੇ ਹਨ। ਉਰਦਤ ਅਧਿਕ ਸ੍ਰੀ ਹਰਿ ਗੋਬਿੰਦ। ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਬੈਠੇ ਵੀ ਸਿੱਖ ਵਿਰਾਗ ਕਰਦੇ ਨੇ। ਸਿੱਖ ਸੰਗਤ ਦੋਹ ਦਿਸ਼ ਮਹਿ ਬ੍ਰਿੰਦ। ਦੋਵੇਂ ਤਰਫ ਉਧਰ ਮਾਤ ਗੰਗਾ ਜੀ ਪਾਸ, ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਬੈਠੇ ਨੇ ਸਿੱਖ। ਸਕਲ ਰੋਏ ਕਰ ਗੁਰ ਸਿਮਰੰਤੀ। ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕਰਕੇ ਵਿਰਾਗ ਵਿੱਚ ਆਏ ਨੇ। ਆਪ ਵਿਮੋਚਤ ਲੋਚਨ ਅਤੀ। ਅਤੇ ਨੇਤਰ ਜਿਹੜੇ ਨੇ ਉਹ ਜਲ ਦੇ ਨਾਲ ਭਰੇ ਹੋਏ ਨੇ। ਵਧਿਓ ਸ਼ੋਕ ਸਭ ਮਹਿ ਤਬ ਐਸੀ। ਸਾਰਿਆਂ ਦੇ ਵਿੱਚ ਇਸ ਤਰ੍ਹਾਂ ਸ਼ੋਕ ਵਧਿਆ ਹੈ। ਬਾਸ ਇਹਾਂ ਕਰੁਣਾ ਰਸ ਜੈਸੀ। ਤੇ ਮਾਨੋ ਕਿ ਜਿਸ ਤਰ੍ਹਾਂ 9 ਰਸ ਮੰਨੇ ਨੇ ਨਾ, ਕਹਿੰਦੇ ਕਿ ਇਹ ਮਾਨੋ ਕਿ ਜਿਹੜਾ ਇੱਥੇ ਸ਼ੋਕ ਰਸ ਸੀ ਉਹ ਵਧਿਆ ਹੋਵੇ। ਹਾਏ ਪਿਤਾ ਗੁਣ ਨਿਧ ਸੁਖ ਦਾਨੀ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਧੰਨ ਗੁਰੂ ਅਰਜਨ ਦੇਵ ਸਾਹਿਬ ਪਿਤਾ ਗੁਣਾਂ ਦੇ ਖਜ਼ਾਨੇ, ਸੁੱਖਾਂ ਦੇ ਦਾਤੇ। ਕੌਣ ਦੁਲਾਰ ਕਰਿਓ ਬਹੁ ਆਨੀ। ਤੇ ਕੌਣ ਆ ਕੇ ਤੁਹਾਡੇ ਵਰਗਾ ਪਿਆਰ ਦਵੇਗਾ। ਭਾਈ ਗੁਰਦਾਸ ਜੀ ਵੀ ਲਿਖਦੇ ਨਾ ਕਿ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ। ਪਿਤਾ ਦਾ ਪਿਆਰ ਜਿਹੜਾ ਹੋਰ ਕੋਈ ਨਹੀਂ ਦੇ ਸਕਦਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਬਾਲ ਉਮਰ ਹੈ ਕਿ ਪਿਤਾ ਦਾ ਪਿਆਰ ਇੱਥੇ ਕੌਣ ਦਵੇਗਾ। ਸੁਖ ਬੈਠਨ ਪਿਤੇ ਅੰਕ ਬਡੇਰੇ। ਪਿਤਾ ਦੀ ਗੋਦ ਵਿੱਚ ਬੈਠਣ ਦਾ ਬਹੁਤਾ ਹੀ ਸੁਖ ਹੈ। ਕਰ ਸਨੇਹ ਸਿਰ ਹੱਥ ਸਫੇਰੇ। ਗੁਰੂ ਅਰਜਨ ਦੇਵ ਸਾਹਿਬ ਬਹੁਤਾ ਪਿਆਰ ਦਿੰਦੇ ਤੇ ਸਿਰ ਤੇ ਹੱਥ ਫੇਰਦੇ ਸੀ। ਸੋ ਅਬ ਕਹਾਣਾ ਪ੍ਰਾਪਤ ਮੋਹੀ। ਉਹ ਹੁਣ ਪਿਤਾ ਦਾ ਪਿਆਰ ਹੋਰ ਕਿਤੋਂ ਨਹੀਂ ਮਿਲਦਾ। ਅੰਤ ਸਮੇਂ ਨਹਿ ਦਰਸ਼ਨ ਹੋਈ। ਅੰਤਲੇ ਸਮੇਂ ਵੀ ਪਿਤਾ ਗੁਰੂ ਦੇ ਦੀਦਾਰ ਨਹੀਂ ਹੋਏ। ਭੂਤ ਭਵੇਖਿਅਤ ਵਿਦਤ ਬਰਤੰਤਾ। ਜੋ ਸਤਿਗੁਰੂ ਭੂਤ ਅਤੇ ਭਵਿੱਖ ਨਿਕਲ ਚੁੱਕੇ ਸਮੇਂ ਤੇ ਆਉਣ ਵਾਲੇ ਸਮਾਂ ਉਹਨਾਂ ਦੇ ਸਾਹਮਣੇ ਪ੍ਰਗਟ ਹੈ। ਇਮ ਕਿਸ ਰੀਤ ਪ੍ਰਾਨ ਕਾਰਿਅੰਤਾ। ਇਹ ਕਿਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਪ੍ਰਾਣਾਂ ਦਾ ਅੰਤ ਕੀਤਾ। ਲੱਖ ਗਤੀ ਗੁਰ ਕੀ ਬਿਸਮਾਵਤ। ਨਾ ਜਾਣੀ ਜਾਣ ਵਾਲੀ ਗੁਰੂ ਕੀ ਗਤ। ਇਹ ਸੁਣ ਕੇ ਸਾਰੇ ਹੈਰਾਨ ਨੇ। ਨਹੀਂ ਅਪਰਤੀ ਜਾਨੀ ਜਾਵਤ। ਗੁਰੂ ਕੀ ਗਤ, ਗੁਰੂ ਕੀ ਅਵਸਥਾ, ਗੁਰੂ ਕੇ ਕੌਤਕ ਕਿਸੇ ਤੋਂ ਜਾਣੇ ਨਹੀਂ ਜਾਂਦੇ। ਹੁਣ ਸ੍ਰੀ ਹਰਿ ਗੋਬਿੰਦ ਉਚਾਰੇ। ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕਹੇ ਨੇ ਮੁਖੋਂ। ਨਿਕਟ ਪੰਚ ਜਬ ਗੁਰੂ ਪਧਾਰੇ। ਜਦੋਂ ਪੰਜੇ ਸਿੱਖ ਸਤਿਗੁਰਾਂ ਦੇ ਕੋਲ ਆਏ ਨੇ। ਅੰਤ ਸਮੇਂ ਕਿਮ ਕੀਏ ਫਰਮਾਵਨਾ। ਗੁਰਦੇਵ ਕਹਿਣ ਲੱਗੇ ਪੰਜਾਂ ਸਿੱਖਾਂ ਨੂੰ ਦੱਸੋ ਅੰਤਲੇ ਸਮੇਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਪਿਤਾ ਗੁਰੂ ਨੇ ਕਿਹੜੇ ਬੋਲ ਕਹੇ ਨੇ। ਤੁਮਕੋ ਕੀਨ ਸਕਿਆ ਜਨਾਵਨਾ। ਕੀ ਤੁਹਾਨੂੰ ਅਖੀਰਲੇ ਸਮੇਂ ਸਤਿਗੁਰਾਂ ਨੇ ਕਹਿ ਕੇ ਦੱਸਿਆ ਹੈ। ਸੋ ਅਬ ਬਾਕਨ ਕਰੋ ਬਤਾਵਨਾ। ਉਹ ਸਾਰੀ ਗੱਲ ਬਾਤ ਤੁਸੀਂ ਇੱਥੇ ਖੋਲ ਕੇ ਦੱਸੋ। ਸੁਣੇ ਹਮ ਧਰੈ ਮਹਦ ਸੁਖ ਪਾਵਨਾ। ਸੁਣ ਕੇ ਗੁਰੂ ਸਾਹਿਬ ਜੀ ਦੇ ਉਹ ਬੋਲ ਸਾਡੇ ਹਿਰਦੇ ਨੂੰ ਕੁਝ ਸੁਖ ਮਿਲੇਗਾ। ਇਮ ਪ੍ਰਸੰਗ ਬੂਝਤ ਬਹੁ ਰੋਏ। ਇਹ ਪ੍ਰਸੰਗ ਪੁੱਛ ਕੇ ਜਿਹੜੇ ਪੰਜੇ ਸਿੱਖ ਸੀ ਨਾ, ਹੁਣ ਫੇਰ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਯਾਦ ਕਰਕੇ ਇਹਨਾਂ ਨੇ ਵਿਰਾਗ ਕੀਤਾ ਹੈ। ਨਹੀਂ ਧੀਰ ਮਨ ਸ਼ੋਕ ਪਰੋਏ। ਮਨ ਇਹਨਾਂ ਦੁੱਖ ਨਾਲ ਭਰਿਆ ਸੀ ਕਿ ਧੀਰਜ ਹੀ ਨਹੀਂ ਸੀ ਆਉਂਦਾ। ਅਸੁਰ ਵਿਮੋਚਤ ਗੁਰ ਲਗ ਜਾਈ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇੱਕ ਵਾਰ ਗਲੇ ਲੱਗ ਗਏ ਹਨ। ਗਦ ਗਦ ਗਿਰਾ ਮਹਾ ਕੁਲਾਈ। ਬਾਣੀ ਗਦ ਗਦ ਹੋ ਗਈ ਹੈ, ਵਿਆਕੁਲ ਹੋ ਗਏ ਹਨ। ਤਿਉ ਅਵਲੋਕਤ ਸੇਵਕ ਸਾਰੇ। ਤੇ ਇਸੇ ਤਰ੍ਹਾਂ ਤਿਉ ਅਵਲੋਕਤ ਸੇਵਕ ਸਾਰੇ।
ਇਸੇ ਤਰ੍ਹਾਂ ਸਾਰੇ ਸੇਵਕ ਖਲੋਤੇ ਹੋਏ ਦੇਖ ਰਹੇ ਹਨ। ਬਹੁਤ ਬਸੂਰਤ ਅਸਰੂ ਡਾਰੇ, ਬਹੁਤ ਵਿਰਲਾਪ ਕਰਦੇ ਹਨ। ਦੀਨ ਮਨੇ ਦੁਖ ਲਹਿਤ ਕਨੇਰੇ, ਮਨ ਵਿੱਚ ਬਹੁਤ ਦੀਨ ਹਨ, ਬਹੁਤ ਮਨ ਦੁਖੀ ਨੇ। ਗਿਆਨੀ ਤਉ ਪ੍ਰੇਮ ਗੁਰ ਕਹਿੰਦੇ ਕੇਰੇ, ਸਿੱਖ ਜਿਹੜੇ ਵਿਰਾਗ ਕਰ ਰਹੇ ਸੀ ਨਾ, ਉਹਨਾਂ ਵਿੱਚੋਂ ਗਿਆਨੀ ਵੀ ਨੇ, ਪਰ ਗੁਰੂ ਪ੍ਰੇਮ ਪ੍ਰੇਰੇ, ਗੁਰ ਕੇਰ ਪ੍ਰੇਰੇ, ਗੁਰੂ ਦੇ ਪ੍ਰੇਮ ਦੇ ਪ੍ਰੇਰੇ ਹੋਏ ਨੇ। ਗੁਰੂ ਨਾਲ ਪ੍ਰੇਮ ਹੈ, ਗਿਆਨਵਾਨ ਹਨ ਕਿ ਜੋ ਇਹ ਸੰਸਾਰ ਦਿਸ ਰਿਹਾ ਹੈ ਇਹ ਨਾਸ਼ਵੰਤ ਹੈ, ਪਰ ਗੁਰੂ ਨਾਲ ਪਿਆਰ ਹੀ ਇਹਨਾਂ ਸਿੱਖਾਂ ਨੂੰ ਕਿ ਜਦੋਂ ਅੱਜ ਗੁਰੂ ਅਰਜਨ ਦੇਵ ਸਾਹਿਬ ਦੇ ਦੀਦਾਰ ਨਹੀਂ ਹੋ ਰਹੇ, ਗੁਰੂ ਸਾਹਿਬ ਜੀ ਦੀ ਸ਼ਹਾਦਤ ਬਾਰੇ ਸੁਣਿਆ ਹੈ, ਗੁਰੂ ਸਾਹਿਬ ਨੂੰ ਦਿੱਤੇ ਤਸੀਹਾਂ ਬਾਰੇ ਸੁਣਿਆ ਹੈ, ਕਹਿੰਦੇ ਗਿਆਨੀ ਹਨ ਗੁਰਸਿੱਖ। ਇਹ ਨਹੀਂ ਕਿ ਜਿਹੜੀ ਕੱਲੀ ਗਿਆਨ ਦੀ ਗੱਲ ਕਰਨ ਵਾਲੇ ਉਹਨਾਂ ਦੇ ਹਿਰਦੇ ਵਿੱਚ ਪਿਆਰ ਨਹੀਂ, ਉਹਨਾਂ ਦੇ ਹਿਰਦੇ ਵੀ ਬੜੇ ਕੋਮਲ ਹਨ। ਕਹਿੰਦੇ ਗਿਆਨ ਦੇ ਮਾਨੋ ਕਿ ਪ੍ਰੇਮ ਦੇ, ਗੁਰੂ ਸਾਹਿਬ ਜੀ ਦੇ ਪ੍ਰੇਮ ਦੇ ਭਿੱਜੇ ਹੋਏ ਨੇ। ਗੁਰ ਸਨੇਹ ਕੀ ਮਹਿਮਾ ਮਹਾ, ਗੁਰੂ ਦੇ ਸਨੇਹ ਦੀ, ਪਿਆਰ ਦੀ ਮਹਾਨ ਮਹਿਮਾ ਹੈ। ਤਜਹਿ ਗਿਆਨ ਮਿਲ ਰੋਦਤ ਤਹਾਂ, ਇੱਕੋ ਵਾਰ ਦੇ ਵਿੱਚ ਸਾਰਾ ਗਿਆਨ ਜਿਹੜਾ ਸੀ ਉਹ ਇੱਕ ਪਾਸੇ ਰੱਖ ਦਿੱਤਾ। ਰੋਦਤ ਮਹਾ, ਇਹ ਸੁਣ ਕੇ ਤੇ ਨੇਤਰ ਹੀ ਸਾਰੇ ਸਿੱਖਾਂ ਨੇ ਭਰ ਲਏ ਹਨ। ਕੇਤਿਕ ਧਿਆਨ ਠਾਨ ਪੇ ਮੌਨ, ਕਈ ਸਿੱਖ ਜਿਹੜੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਧਿਆਨ ਵਿੱਚ ਜੁੜ ਗਏ, ਮੌਨ ਧਾਰ ਕੇ ਬੈਠ ਗਏ। ਕਈ ਵਾਰੀ ਮਨ ਭਰਿਆ ਹੁੰਦਾ ਏ, ਨੇਤਰਾਂ ਰਾਹੀਂ, ਹੰਝੂਆਂ ਰਾਹੀਂ ਉਹ ਦੁੱਖ ਬਾਹਰ ਪ੍ਰਗਟ ਹੁੰਦਾ ਏ, ਪਰ ਇਹ ਨਹੀਂ ਕਿ ਕਈਆਂ ਦੇ ਅੱਖਾਂ ਸੇਜਲ ਨਹੀਂ, ਉਹਨਾਂ ਅੰਦਰ ਦੁੱਖ ਨਹੀਂ। ਕਹਿੰਦੇ ਉਹ ਚੁੱਪ ਹੋ ਕੇ ਸਾਰਾ ਕੁਝ ਅੰਦਰੋਂ ਅੰਦਰ ਜਰ ਰਹੇ ਹਨ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਧਿਆਨ ਵਿੱਚ ਜੁੜੇ ਬੈਠੇ ਹਨ। ਗੁਣ ਸਿਮਰਤ ਉਚਰਤ ਸੁਖ ਭਾਵਨਾ, ਗੁਰੂ ਅਰਜਨ ਦੇਵ ਸਾਹਿਬ ਦੇ ਗੁਣਾਂ ਨੂੰ ਯਾਦ ਕਰਦੇ ਨੇ ਕਿ ਗੁਰੂ ਸਾਹਿਬ ਮਹਾਰਾਜ ਸੁੱਖਾਂ ਦੇ ਘਰ ਹਨ। ਸਭ ਕੀ ਦਸ਼ਾ ਦੇਖ ਬਿਰਧ ਭਾਈ, ਸਾਰੀ ਸਿੱਖ ਸੰਗਤ ਦੀ ਹਾਲਤ ਵਿਰਾਗਮਈ ਬਾਬਾ ਬੁੱਢਾ ਸਾਹਿਬ ਜੀ ਨੇ ਦੇਖੀ ਹੈ। ਬ੍ਰਹਮ ਗਿਆਨ ਕੀ ਜਿਸ ਦ੍ਰਿੜਤਾਈ, ਬਾਬਾ ਬੁੱਢਾ ਸਾਹਿਬ ਜੋ ਗਿਆਨ ਵਿੱਚ, ਬ੍ਰਹਮ ਗਿਆਨ ਵਿੱਚ ਜਿਨ੍ਹਾਂ ਨੇ ਆਪਣਾ ਹਿਰਦਾ ਦ੍ਰਿੜ ਪੱਕਾ ਕੀਤਾ ਹੈ। ਦਾਬੇ ਹੇਤ ਸਕਲ ਕੋ ਧੀਰਜ, ਸਾਰਿਆਂ ਨੂੰ ਧੀਰਜ ਦੇਣ ਵਾਸਤੇ। 100 ਸਾਲ ਤੋਂ ਉੱਪਰ ਉਮਰ ਹੈ ਨਾ ਬਾਬਾ ਬੁੱਢਾ ਸਾਹਿਬ ਜੀ। 98 ਸਾਲ ਦੀ ਉਮਰ ਦੇ ਵਿੱਚ ਬਾਬਾ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਣਾਇਆ। ਇਹਨਾਂ ਦੇ ਤਾਈਂ ਸੇਵਾ ਲਾਈ, ਇਹਨਾਂ ਨੂੰ ਪ੍ਰਕਾਸ਼ ਦੀ ਸੇਵਾ ਦਿੱਤੀ। ਪਹਿਲੇ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਨੂੰ ਥਾਪਿਆ। 100 ਸਾਲ ਤੋਂ ਉੱਪਰ ਉਮਰ ਹੋ ਚੁੱਕੀ ਹੈ ਬਾਬਾ ਬੁੱਢਾ ਸਾਹਿਬ ਜੀ। ਪੂਰਨ ਬ੍ਰਹਮ ਗਿਆਨੀ ਨੇ, ਜਿਨ੍ਹਾਂ ਦਾ ਹਿਰਦਾ ਬ੍ਰਹਮ ਗਿਆਨ ਦੇ ਵਿੱਚ ਦ੍ਰਿੜ ਹੈ, ਪੱਕਾ ਕੀਤਾ ਹੋਇਆ ਹੈ। ਇਹ ਸਾਰੇ ਯੁੱਗ ਬਾਬਾ ਬੁੱਢਾ ਸਾਹਿਬ ਜੀ ਨੇ ਅੱਖੀਂ ਤੱਕੇ ਹਨ। ਗੁਰਬਾਣੀ ਦਾ ਯੁੱਗ ਨੇਤਰਾਂ ਦੇ ਨਾਲ ਤੱਕਿਆ ਹੈ ਕਿ ਕਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੋਥੀਆਂ ਇਕੱਤਰ ਕੀਤੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਤੇ ਕੁਰਬਾਨੀ ਦਾ ਯੁੱਗ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਅੱਖੀਂ ਤੱਕਿਆ ਹੈ। ਕਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ, ਇਹ ਸਾਰਾ ਕੁਝ ਬਾਬਾ ਬੁੱਢਾ ਸਾਹਿਬ ਜੀ ਨੇ ਅੱਖੀਂ ਤੱਕਿਆ, ਕੰਨੀ ਸੁਣਿਆ ਹੈ। ਤੇ ਫਿਰ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨਾਂ ਨੂੰ ਕਮਾਉਂਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਾਉਣੀਆਂ ਨੇ। ਉਹ ਆਪਾਂ ਪ੍ਰਸੰਗ ਅਗਲੇ ਦਿਨਾਂ ਵਿੱਚ ਸਰਵਣ ਕਰਨੇ ਨੇ। ਕਹਿੰਦੇ ਬਾਬਾ ਬੁੱਢਾ ਸਾਹਿਬ ਪੂਰਨ ਬ੍ਰਹਮ ਗਿਆਨੀ, ਸਾਰੀਆਂ ਸਿੱਖ ਸੰਗਤਾਂ ਦੇ ਹਿਰਦੇ ਬਰਾਗ ਨਾਲ ਭਰੇ ਨੇ, ਨੇਤਰ ਸੇਜਲ ਨੇ, ਸਾਰੀਆਂ ਸੰਗਤਾਂ ਨੂੰ ਧੀਰਜ ਦੇਣ ਵਾਸਤੇ। ਗੁਰ ਕੋ ਜਸ ਕਹਿਬੇ ਅਰ ਬੀਰਜ, ਗੁਰੂ ਸਾਹਿਬ ਜੀ ਦੇ ਜਸ ਨੂੰ ਕਹਿਣ ਵਾਸਤੇ, ਸਮਝਾਉਣ ਵਾਸਤੇ, ਗੁਰੂ ਸਾਹਿਬ ਦੇ ਬਲ ਨੂੰ ਦੱਸਣ ਵਾਸਤੇ। ਦੋਹਰਾ ਬੋਲਿਓ ਚਾਹਤ ਬਰਬੋਧ ਬੇ, ਬਾਬਾ ਬੁੱਢਾ ਸਾਹਿਬ ਸਾਰਿਆਂ ਨੂੰ ਗਿਆਨ ਦੇਣ ਵਾਸਤੇ ਬੋਲਣ ਲੱਗੇ ਨੇ। ਸ੍ਰੀ ਗੁਰੂ ਹਰਗੋਬਿੰਦ, ਗੁਰੂ ਹਰਗੋਬਿੰਦ ਸਾਹਿਬ ਜੀ ਬਿਰਾਜਮਾਨ ਨੇ। ਸ਼ੋਕ ਨਿਵਾਰਨ ਸਕਲ ਕੋ, ਸਾਰਿਆਂ ਦਾ ਸ਼ੋਕ ਜਿਹੜਾ ਮਨ ਭਰਿਆ ਹੋਇਆ ਇਹ ਸ਼ੋਕ ਦੂਰ ਕਰਨ ਵਾਸਤੇ। ਬੈਠੇ ਦਾਸ ਜੀ ਬ੍ਰਿੰਦ, ਜਿਹੜੇ ਬੇਅੰਤ ਦਾਸ ਸਿੱਖ ਸੰਗਤਾਂ ਬਰਾਜੀਆਂ ਨੇ ਨਾ, ਉਹਨਾਂ ਦੇ ਤਾਈਂ ਬਾਬਾ ਬੁੱਢਾ ਸਾਹਿਬ ਜੀ ਇਹ ਉਪਦੇਸ਼ ਦੇਣ ਲੱਗੇ ਹਨ। ਜਿਸ ਤਰ੍ਹਾਂ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਨੂੰ ਬੋਲ ਕੇ ਗਿਆਨ ਦੇਣਗੇ। ਕਿੰਨੀ ਵੱਡੀ ਅਵਸਥਾ ਬਾਬਾ ਬੁੱਢਾ ਸਾਹਿਬ ਤੇ ਕਿੰਨੀ ਉੱਚ ਪਦਵੀ ਗੁਰੂ ਘਰ ਵਿੱਚੋਂ ਇਹਨਾਂ ਨੂੰ ਪ੍ਰਾਪਤ ਹੋਈ। 5 ਸਤਿਗੁਰਾਂ ਨੂੰ ਹੱਥੀਂ ਤਿਲਕ ਦੇਣਾ, ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੀਰੀ ਪੀਰੀ ਦੀਆਂ ਤਲਵਾਰਾਂ ਹੱਥੀਂ ਧਾਰਨ ਕਰਾਉਣੀਆਂ। 72 ਤਰ੍ਹਾਂ ਦੀ ਵਿਦਿਆ ਜਿਹੜੀ ਉਹ ਬਾਬਾ ਬੁੱਢਾ ਸਾਹਿਬ ਜੀ ਨੇ ਪੜ੍ਹਾਈ। ਬਾਬਾ ਬੁੱਢਾ ਸਾਹਿਬ ਸਤਿਗੁਰਾਂ ਦੇ ਉਸਤਾਦ ਵੀ ਬਣੇ।
ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਤਾਈ, ਤੁਸੀਂ ਹਰਗੋਬਿੰਦ ਸਾਹਿਬ ਨੂੰ ਵਿੱਦਿਆ ਪੜ੍ਹਾਉਣੀ। ਤੇ ਬਾਬਾ ਜੀ ਕਹਿਣ ਲੱਗੇ, ਸਤਿਗੁਰੂ ਮੈਂ ਤਾਂ ਹਲ ਚਲਾਉਣਾ ਜਾਣਦਾ, ਖੇਤੀ ਕਰਨੀ ਜਾਣਦਾ, ਮੈਂ ਅਨਪੜ੍ਹ, ਮੈਂ ਕੀ ਕਿਸੇ ਨੂੰ ਪੜ੍ਹਾ ਸਕਦਾ। ਤੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਬਾਬਾ ਜੀ ਤੁਸੀਂ ਉਹ ਪੜ੍ਹਾਈ ਪੜ੍ਹਾ ਦਿਓ ਜਿਹੜੀ ਤੁਹਾਡੀ ਉਮਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਡੀ ਵਿੱਦਿਆ ਤੋਂ ਪ੍ਰਸੰਨ ਹੋ ਕੇ ਤੁਹਾਨੂੰ ਬੂੜੇ ਤੋਂ ਬੁੱਢਾ ਕਹਿ ਦਿੱਤਾ। ਉਹ ਵਿੱਦਿਆ ਪੜ੍ਹਾ ਦਿਓ ਜਿਹੜੀ ਵਿੱਦਿਆ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਨੇ ਤੁਹਾਨੂੰ ਆਪਣੇ ਕੰਠ ਦੇ ਨਾਲ ਗਲੇ ਨਾਲ ਲਾ ਕੇ ਬੋਲ ਕਹੇ ਸਨ, ਬੁੱਢਾ ਮੈਂ ਤੇਥੋਂ ਓਲੇ ਨਾ ਹੋਸਾਂ, ਕਿ ਮੈਂ ਤੇਰੇ ਤੋਂ ਓਲੇ ਨਾ ਹੋਵਾਂਗਾ। ਉਹ ਵਿੱਦਿਆ ਪੜ੍ਹਾ ਦਿਓ ਜਿਹੜੀ ਵਿੱਦਿਆ ਤੋਂ ਪ੍ਰਸੰਨ ਹੋ ਕੇ ਗੁਰੂ ਨਾਨਕ ਸਾਹਿਬ ਜੀ ਨੇ ਤੁਹਾਨੂੰ ਗਲ ਦੇ ਨਾਲ ਲਾ ਕੇ ਉੱਚੀ ਪਦਵੀਆਂ ਦੇ ਦਿੱਤੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਰੇ ਉਸਤਾਦ ਵਿੱਦਿਆ ਪੜ੍ਹਾਉਣ ਵਾਲੇ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਇੰਨਾ ਉੱਚਾ ਮਾਣ ਮਿਲਿਆ, ਜਿਨ੍ਹਾਂ ਦੀ ਅਰਦਾਸ ਸਦਕਾ ਗੁਰੂ ਹਰਗੋਬਿੰਦ ਸਾਹਿਬ ਦਾ ਅਵਤਾਰ ਹੋਇਆ। ਫਿਰ ਵਿੱਦਿਆ ਪੜ੍ਹਾਈ ਤੇ ਫਿਰ ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕਰਾਉਣੀਆਂ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰੂ ਅਰਜਨ ਦੇਵ ਸਾਹਿਬ ਦਾ ਰੂਪ ਜਾਣ ਕੇ ਚਰਨਾਂ ਤੇ ਨਤਮਸਤਕ ਹੋਣਾ। ਅਖੀਰਲੇ ਸਮੇਂ ਵੀ ਗੁਰੂ ਸਾਹਿਬ ਨੂੰ ਯਾਦ ਕਰਨਾ, ਇੱਕ ਵਾਰ ਮੈਨੂੰ ਅਖੀਰਲੇ ਸਮੇਂ ਗੁਰੂ ਦੇ ਦੀਦਾਰ ਹੋਣ ਤੇ ਮੇਰਾ ਇਹ ਸਰੀਰ ਜਿਹੜਾ ਹੈ ਅੰਤਲਾ ਸਵਾਸ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਨਿਕਲੇ। ਇਹ ਸਾਰੀਆਂ ਬਖਸ਼ਿਸ਼ਾਂ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਈਆਂ। ਜਿਸ ਤਰ੍ਹਾਂ ਪੂਰਨ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਾਰਿਆਂ ਨੂੰ ਉਪਦੇਸ਼ ਦੇਣਗੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹਰਮੰਦਰ ਸਾਹਿਬ ਦੇ ਸਨਮੁਖ ਖਲੋ ਕੇ ਪ੍ਰਣ ਕਰਨਗੇ। ਫਿਰ ਤਖਤ ਦੀ ਰਚਨਾ ਹੋਵੇਗੀ, ਫਿਰ ਸਤਿਗੁਰੂ ਸ਼ਸਤਰ ਧਾਰਨ ਕਰਨਗੇ। ਇਹ ਪ੍ਰਸੰਗ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨੇ ਹਨ। ਇੱਥੋਂ ਤੱਕ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ, ਅੱਗੇ ਵਾਸਤੇ ਅਸੀਸ ਦੇਣੀ। ਗੁਰੂ ਕਾ ਜਸ ਗਾਉਣ ਦੀ ਕਰਨ ਦੀ ਜਾਚ ਆ ਜਾਵੇ। ਲੇਖੈ ਕਤੇ ਨ ਛੂਟੀਐ ਖਿਨ ਖਿਨ ਭੂਲਨ ਹਾਰ, ਬਖਸ਼ਨ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਬੋਲਿਓ ਚਹਤ ਪ੍ਰਬੋਧ ਵੇ ਸ੍ਰੀ ਗੁਰ ਹਰਗੋਬਿੰਦ, ਸ਼ੋਕ ਨਿਵਾਰਨ ਸਕਲ ਕੋ ਬੈਠੇ ਦਾਸ ਜੀ ਬ੍ਰਿੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈ ਅਚੁੱਤ ਹੈ ਪਾਰ ਬ੍ਰਹਮ, ਅਗਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ, ਭੰਜਨ ਗੁਣਦਾਸ। ਹੈ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਦਾਸ। ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ। ਹੈ ਗੁਣ ਨਿਦਾਨ ਹੇ ਗੋਬਿੰਦ ਹੈ ਗੁਣ ਨਿਦਾਨ, ਜਾ ਕੈ ਸਦਾ ਬਵੇਕ। ਹੈ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ। ਹੈ ਸੰਤੈ ਕੈ ਸਦਾ ਸੰਗ, ਨਿਦਾਰਾ ਆਧਾਰ। ਹੈ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਕਥਾ ਨਿਤਾ ਪ੍ਰਤ ਹੋਤ ਹੈ, ਸੁਨੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।